ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ। शरण तुम्हारी आयो नानक के प्रभ साथ। कबीर गूंगा हुआ बावरा बहरा हुआ कान पाव होते पिंगल पया मारिया सतगुर बान। कबीर सतगुर सूर में बाह्या बान जो एक लागत ही पुय मिल गया परया करिजे शेक। गुर सिख मीत चलो गुर चाली जो गुर कहे सोई पल मानहु। हर हर कथा निराली बेसुमार अथाह अगनत तोलै जो बुलावो त्यो नानक दास बोलै। सतनाम वाहिगुरु साहिब जी। कबीर मारे बहुत पुकारिया पीर पुकारे और लागी चोट मरम की। रहयो कबीरा ठौर कबीर चोट सुहेली सेल की। लागत ले उसास चोट सहारे शब्द की। तास गुरु मैं दास। वाहिगुरु जी का खालसा वाहिगुरु जी की फतेह। तन तन सतगुरु गुरु गरीब निवाज पतित पावन भगत वत्सल कृपा निध दया निध सतगुरु श्री गुरु ग्रंथ साहिब जी दीन दयाल पातशाह तिन्हां दी अपार मेहरामत है, अथाह बख्शिश है जो सतगुरु साहिब जी दी मेहर सदका आप सब गुरसिख सतसंगी जन गुरु की पावन पवित्र चरण शरण हजूरी के अंतर्गत सतसंगत रूप विच जुड़ बैठ के सतगुरु के शब्द के नाल अपने मन बुद्ध चित्त नूं एक सुर करदिआं
ਆਪਣੇ ਜੀਵਨ ਦੀ ਅਮੋਲਕ ਕਾਰ ਕਮਾਉਂਦਿਆਂ ਅਧਿਆਤਮਕ ਮਨੋਰਥ ਦੀ ਸਾਧਨਾ ਕਰਦਿਆਂ ਹੋਇਆਂ ਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਸੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਭਾਵ ਕਿ ਜਿਹੜੇ ਮਨੁੱਖਾ ਜਨਮ ਦੇ ਅਵਸਰ ਨੂੰ ਪ੍ਰਾਪਤ ਹੋ ਕੇ ਗੁਰੂ ਸ਼ਬਦ ਦੇ ਨਾਲ ਜੁੜ ਕੇ ਗੁਰੂ ਸ਼ਬਦ ਦੀ ਕਮਾਈ ਕਰਕੇ ਆਪਣੀ ਚੇਤਨਾ ਨੂੰ, ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਕਮਾ ਸਕੇ, ਉਹਨਾਂ ਸੰਬੰਧੀ ਜ਼ਿਕਰ ਕਰਦਿਆਂ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਆਰਾਮ ਨਾਲ ਸਨ। ਉਹਨਾਂ ਦੇ ਜੀਵਨ ਵਿੱਚ ਕੋਈ ਖਾਸ ਤਰ੍ਹਾਂ ਦੀ ਮੁਸ਼ਕਲ ਨਹੀਂ ਪੈਦਾ ਹੋਈ, ਕਿਉਂਕਿ ਜੀਵਨ ਦਾ ਮਨੋਰਥ ਹੀ ਕੋਈ ਵੱਡਾ ਨਹੀਂ ਸੀ, ਨਾ ਜੀਵਨ ਨੂੰ ਕਿਸੇ ਵੱਡੇ ਨੁਕਤੇ ਤੋਂ ਸਮਝਿਆ ਜਾਣਿਆ ਗਿਆ। ਇਸ ਕਰਕੇ ਜਿਨ੍ਹਾਂ ਨੇ ਗੁਰੂ ਸ਼ਬਦ ਨਾਲ ਜੁੜ ਕੇ ਜੀਵਨ ਦੇ ਹਰ ਭੇਦ ਨੂੰ ਗਿਆਨ ਦੇ ਸਹਿਤ, ਅਨੁਭਵ ਦੇ ਸਹਿਤ ਸਮਝ ਕੇ ਅਤੇ ਉਹਦੇ ਸ਼ੁੱਧ ਰੂਪ ਦੇ ਵਿੱਚ ਪਲਟਣਾ ਚਾਹਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪੂਰੀ ਪਰੀ ਬੁਲਾਏ। ਉਹਨਾਂ ਨੇ ਬੜੀ ਕਠਿਨ ਤਪੱਸਿਆ ਕੀਤੀ। ਇੱਥੇ ਪੂਰੀ ਪਰੀ ਬੁਲਾਏ ਕਹਿਣ ਦਾ ਭਾਵ ਕੋਈ ਕਿਸੇ ਤਰ੍ਹਾਂ ਦੇ ਨਾਲ ਉਲਟ ਕਹਿਣਾ ਨਹੀਂ ਹੈ। ਉਹਦਾ ਭਾਵ ਹੈ ਕਿ ਜਦੋਂ ਮਨੁੱਖ ਅਧਿਆਤਮਕ ਮਾਰਗ 'ਤੇ ਠੀਕ ਸ਼ੁੱਧਤਾ ਦੇ ਨਾਲ ਚੱਲਦਾ ਹੈ ਅਤੇ ਉਹ ਚੱਲਣਾ ਆਸਾਨ ਨਹੀਂ ਹੈ। ਬਾਣੀ 'ਚ ਵਾਕ ਆਉਂਦੇ ਨੇ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਕਿ ਉਸ ਮਾਰਗ ਅਤੀ ਸੂਖਮ ਹੈ। ਉੱਥੇ ਇਹ ਸਰੀਰ, ਇਹ ਮਨ ਨਹੀਂ ਚੱਲੇਗਾ, ਉੱਥੇ ਸਾਦੀ ਹੋਈ ਸੁਰਤ ਚੱਲੇਗੀ ਜਿਹੜੀ ਗੁਰੂ ਸ਼ਬਦ ਦੇ ਨਾਲ ਜੁੜੀ ਹੋਏਗੀ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ। ਅੱਜ ਦੇ ਸ਼ਲੋਕ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮਾਰੇ ਬਹੁਤ ਪੁਕਾਰਿਆ। ਜਦੋਂ ਕਿਸੇ ਨੂੰ ਸਰੀਰਕ ਚੋਟ ਪਹੁੰਚਾਈ ਜਾਏ, ਗਹਿਰਾ ਘਾਤ ਜ਼ਖਮ ਪਹੁੰਚਾਇਆ ਜਾਏ, ਤਾਂ ਯਕੀਨਨ ਹੈ ਉਹ ਮਨੁੱਖ ਦਰਦ ਦੇ ਨਾਲ ਚੀਕੇਗਾ। ਦੁੱਖ ਦੀ ਜਿਹੜੀ ਬਣੀ ਹੋਈ ਪੀੜ ਹੈ, ਚੀਕ ਦੇ ਰੂਪ ਵਿੱਚ ਉਹਦੇ ਜ਼ੁਬਾਨ ਤੋਂ ਜ਼ਰੂਰ ਪ੍ਰਗਟ ਹੋਏਗੀ। ਪਰ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੈ ਔਰ। ਫਿਰ ਜਦੋਂ ਜ਼ਖਮ ਪਹਿਲਾਂ ਲੱਗਦਾ ਹੈ, ਚੋਟ ਪਹਿਲੇ ਦਫਾ ਪਹੁੰਚਦੀ ਹੈ ਸ਼ੁਰੂਆਤ ਦੇ ਵਿੱਚ, ਉਦੋਂ ਤਾਂ ਦਰਦ ਹੁੰਦਾ। ਜਦ ਉਹ ਚੋਟ ਠੰਡੀ ਹੋ ਜਾਵੇ, ਜ਼ਖਮ ਪੁਰਾਣਾ ਹੋ ਜਾਵੇ, ਉਹਦੀ ਦਰਦ ਥੋੜ੍ਹੀ ਸਰੀਰ ਦੇ ਅੰਦਰ ਜ਼ਿਆਦਾ ਚਲੀ ਜਾਏ, ਹੋਰ ਜ਼ਿਆਦਾ ਮਨੁੱਖ ਪੁਕਾਰਦਾ ਹੈ, ਹੋਰ ਜ਼ਿਆਦਾ ਉਸ ਦਰਦ ਤੋਂ, ਉਸ ਪੀੜ ਤੋਂ ਮਨੁੱਖ ਦੁਖਦਾਈ ਹੁੰਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਇੱਕ ਚੋਟ ਸਾਨੂੰ ਵੀ ਲੱਗੀ ਹੈ, ਪਰ ਉਸ ਚੋਟ ਨੇ ਬਿਲਕੁਲ ਚੁੱਪ ਕਰਵਾ ਦਿੱਤਾ ਹੈ। ਉਸ ਚੋਟ ਦੇ ਨਾਲ ਹੁਣ ਕੋਈ ਚੀਕਣ ਦੀ, ਕੋਈ ਕੁਰਲਾਹਟ ਕਰਨ ਦੀ, ਕੋਈ ਉੱਚੀ ਉੱਚੀ ਪੁਕਾਰਨ ਦੀ ਕੋਈ ਬਾਤ ਹੀ ਬਾਕੀ ਨਹੀਂ ਰਹਿ ਗਈ ਹੈ। ਅਤੇ ਇਸ ਇੱਕ ਚੋਟ ਦੇ ਨਾਲ ਥਾਂ ਟਿਕਾਣੇ ਆ ਗਏ। ਭਾਵ ਕਿ ਜੀਵਨ ਦਾ ਅਸਲ ਭੇਦ ਸਮਝ ਆ ਗਿਆ ਹੈ। ਭਾਵ ਕਿ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਪ੍ਰਕਾਰ ਸਾਨੂੰ ਬਖਸ਼ਿਸ਼ ਕਰਕੇ ਨਵਾਜਨ। ਕਬੀਰ ਮਾਰੇ ਬਹੁਤ ਪੁਕਾਰਿਆ। ਇਸ ਸੰਬੰਧ ਦੇ ਵਿੱਚ ਦੋ ਸਥਿਤੀਆਂ ਹਨ। ਇਸ ਵਾਕ ਦੇ ਵਿੱਚ ਦੋ ਭਾਵ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂਗਾ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਰੇ ਬਹੁਤ ਪੁਕਾਰਿਆ। ਜਦ ਮਨੁੱਖ ਦਾ ਜੀਵਨ ਆਪਣੀ ਅਸਲੀਅਤ ਨੂੰ ਭੁੱਲ ਬੈਠਦਾ ਹੈ, ਤਦ ਨਿੱਤਾ ਪ੍ਰਤੀ ਮਾਇਆ ਦੇ ਅਧੀਨ ਹੋਣ ਕਰਕੇ
ਵਿਕਾਰਾਂ ਦੀ ਚੋਟ ਉਹਦੇ ਅੰਤਰ ਜੀਵਨ ਦੇ ਵਿੱਚ ਵੱਜਦੀ ਹੈ, ਉਹਦੇ ਮਨ ਨੂੰ ਵਿਕਾਰਾਂ ਦੁਆਰਾ ਕੋਹਿਆ ਜਾਂਦਾ ਹੈ, ਉਹ ਅੰਤਰੀਵ ਵਿਕਾਰਾਂ ਦੀ ਗੁਲਾਮੀ ਹੰਡਾਉਂਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰੇ ਬਹੁਤ ਪੁਕਾਰਿਆ। ਭਾਵ ਕਿ ਜਿਹੜਾ ਆਤਮਿਕ ਜੀਵਨ ਹੈ ਉਹ ਮਨੁੱਖ ਨੂੰ ਅੰਤਰੀਵੀ ਪੁਕਾਰ ਕਰਕੇ ਦੱਸਦਾ ਹੈ ਕਿ ਤੇਰੇ ਅੰਤਰ ਦੇ ਵਿੱਚ ਕੁਝ ਠੀਕ ਨਹੀਂ ਹੋ ਰਿਹਾ। ਇਸ ਕਰਕੇ ਪਾਪ ਕਰਮ ਕਰਦੇ ਜਿਹੜਾ ਭੈ ਪੈਦਾ ਹੋਣਾ ਹੈ, ਨੇੜੇ ਦੁਆਲੇ ਕੋਈ ਹੈ ਨਹੀਂ ਪਾਪ ਕਰਮ ਕਰਦਿਆਂ, ਪਰ ਫਿਰ ਵੀ ਜਿਹੜਾ ਅੰਤਰੀਵੀ ਸਾਡੇ ਡਰ ਪੈਦਾ ਹੋ ਜਾਣਾ ਆਪਣੇ ਆਪ ਹੈ, ਉਹ ਸਾਡੇ ਅੰਤਰੀਵ ਆਤਮਿਕ ਜੀਵਨ ਦੀ ਪੁਕਾਰ ਹੈ, ਤਾਂ ਕਿ ਅਸੀਂ ਆਪਣੇ ਅੰਤਰ ਜੀਵਨ ਤੋਂ ਸੁਚੇਤ ਹੋਈਏ ਕਿ ਜੀਵਨ ਜਿਹੜਾ ਹੈ ਉਹ ਕਿਸੇ ਵਿਕਾਰ ਦੇ ਹੇਠ ਨਾ ਆ ਜਾਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਰੇ ਬਹੁਤ ਪੁਕਾਰਿਆ। ਪਹਿਲੀ ਦਫਾ ਚੋਟ ਲੱਗਦੀ ਹੈ, ਥੋੜ੍ਹਾ ਬਹੁਤ ਕਰਦਾ, ਪੀਰ ਪੁਕਾਰੇ ਔਰ, ਜਦੋਂ ਪੀੜ ਵੱਧਦੀ ਜਾਂਦੀ ਹੈ ਹੋਰ ਭਾਵ ਕਰੀ ਜਾਂਦਾ ਹੈ। ਇਸ ਕਰਕੇ ਇਹਦਾ ਪਹਿਲਾ ਭਾਵ ਇਹ ਹੋਇਆ ਕਿ ਜਦ ਮਨੁੱਖ ਨੂੰ ਸਰੀਰਕ ਤੌਰ 'ਤੇ ਚੋਟ ਪਹੁੰਚਦੀ ਹੈ, ਯਕੀਨਨ ਉਹਦੇ ਲਈ ਮੁਸ਼ਕਿਲ ਖੜੀ ਹੁੰਦੀ ਹੈ। ਉਸ ਮੁਸ਼ਕਿਲ ਦੇ ਵਿੱਚ ਉਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੇ ਔਰ, ਉਹ ਹੋਰ ਜ਼ਿਆਦਾ ਬੜਾ ਪੁਕਾਰਦਾ ਹੈ। ਲਾਗੀ ਚੋਟ ਮਰਮ, ਇਸੇ ਪ੍ਰਕਾਰ ਆਖਦੇ ਹਨ, ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਭਾਵ ਕਿ ਸਾਨੂੰ ਇੱਕ ਮਰਮ ਦਾ ਭੇਦ ਲੱਗਾ। ਹੁਣ ਇਹਦੇ ਵਿੱਚ ਸ਼ਬਦ ਵਿਚਾਰ ਦਾ ਨੁਕਤਾ ਆਪਦੇ ਸਨਮੁਖ ਰੱਖਾਂ। ਮਾਰੇ ਬਹੁਤ ਪੁਕਾਰਿਆ, ਇੱਥੇ ਮਾਰੇ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਲਈ ਵੀ ਵਰਤਿਆ ਹੈ ਜਿਨ੍ਹਾਂ ਨੇ ਜੀਵਨ ਦਾ ਕੋਈ ਭੇਦ ਨਹੀਂ ਜਾਣਿਆ, ਕੇਵਲ ਕਥਨੀ ਮਾਤਰ ਉਹਨਾਂ ਗੱਲਾਂ ਨੂੰ ਜਾਣਦੇ ਨੇ। ਜਿਵੇਂ ਇੱਕ ਨੁਕਤਾ ਵੈਰਾਗ ਹੈ, ਵੈਰਾਗ ਨੂੰ ਧਾਰਨ ਕਰਨਾ ਅਤੇ ਵੈਰਾਗ ਦੀ ਕਥਨੀ ਕਰਨੀ, ਇਹਨਾਂ ਦੋਵਾਂ ਚੀਜ਼ਾਂ 'ਚ ਅੰਤਰ ਹੈ। ਭਗਤ ਕਬੀਰ ਸਾਹਿਬ ਜੀ ਕਿਉਂਕਿ ਜਿਸ ਜਗ੍ਹਾ ਉਹ ਰਹਿੰਦੇ ਸਨ ਉੱਥੇ ਧਰਮ ਦਾ ਬਹੁਤ ਤਰ੍ਹਾਂ ਦਾ ਅਭਿਆਸ ਹੁੰਦਾ ਸੀ। ਸੰਨਿਆਸੀ ਲੋਕ, ਵੈਰਾਗੀ ਲੋਕ, ਵਿਰਕਤ ਲੋਕ, ਗ੍ਰਸਤੀ ਲੋਕ, ਧਾਰਮਿਕ ਲੋਕ, ਉਹਨਾਂ ਨੂੰ ਰੋਜ਼ਾਨਾ ਭਗਤ ਕਬੀਰ ਸਾਹਿਬ ਜੀ ਦੇਖਦੇ ਸਨ। ਤਾਂ ਹੁਣ ਉਹ ਦੇਖ ਰਹੇ ਹਨ ਮਾਰੇ ਬਹੁਤ ਪੁਕਾਰਿਆ। ਕਹਿੰਦੇ ਲੋਕ ਮਾੜੇ ਹਨ ਜਿਹੜੇ ਬਹੁਤ ਉੱਚੀ ਉੱਚੀ ਪੁਕਾਰ ਕੇ ਵੈਰਾਗ ਬਾਰੇ ਆਖਦੇ ਹਨ ਕਿ ਵੈਰਾਗ ਧਾਰਨ ਕਰਨਾ ਚਾਹੀਦਾ, ਵੈਰਾਗ ਤੋਂ ਬਿਨਾਂ ਜੀਵਨ ਸਫਲ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਬਹੁਤ ਪੁਕਾਰਦੇ ਹਨ। ਜਿਨ੍ਹਾਂ ਕੋਲ ਕੇਵਲ ਕਥਨੀ ਆ ਉਹ ਬਹੁਤ ਜ਼ਿਆਦਾ ਉਹਦੇ ਬਾਰੇ ਕਹਿੰਦੇ ਹਨ, ਪਰ ਜਿਹਦੇ ਅੰਦਰ ਵੈਰਾਗ ਦੀ ਪੀੜ ਲੱਗੀ ਹੋਈ ਹੈ ਉਹ ਕਿਸੇ ਹੋਰ ਢੰਗ ਨਾਲ ਪੁਕਾਰਦਾ ਹੈ। ਉਹ ਇਹਨਾਂ ਵਾਂਗ ਬਹੁਤਾ ਵਾਕ ਨਹੀਂ ਕਹਿੰਦਾ, ਕਿਉਂਕਿ ਉਹਨੇ ਜੀਵਨ ਦੇ ਭੇਦ ਕੁਝ ਸਮਝਣੇ ਸ਼ੁਰੂ ਕਰ ਦਿੱਤੇ ਨੇ। ਅਤੇ ਜਦੋਂ ਕਿਸੇ ਭੇਦ ਨੂੰ ਕਥਣਾ ਅਤੇ ਉਹਨੂੰ ਆਪਣੇ ਅਨੁਭਵ ਵਿੱਚੋਂ ਸਮਝਣਾ ਪਵੇ ਤਾਂ ਮਨੁੱਖ ਦੇ ਲਈ ਇੱਕ ਖਾਸ ਤਰ੍ਹਾਂ ਦੀ ਔਖ ਹੁੰਦੀ ਹੈ। ਇਹਦਾ ਵਰਣਨ ਆਪਦੇ ਸਨਮੁਖ ਰੱਖਾਂ। ਵੈਰਾਗ ਦੇ ਭਾਵ ਵਿੱਚ, ਹੁਣ ਵੈਰਾਗ ਦੇ ਭਾਵ ਵਿੱਚ ਕਿਹਾ ਜਾਂਦਾ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ। ਹੁਣ ਨਾਸ਼ਵਾਨ ਹੈ, ਇੱਕ ਹੈ ਜਿਹੜਾ ਇਹਦੀ ਕਥਨੀ ਕਰ ਰਿਹਾ, ਉਹ ਕਹਿ ਰਿਹਾ ਜੀ ਨਾਸ਼ਵਾਨ ਹੈ, ਜੋ ਉਪਜ ਰਿਹਾ ਉਹ ਵਿਨਸੇਗਾ, ਸਾਰੀ ਰਚਨਾ ਕਾਲ ਚੱਕਰ ਦੇ ਅਧੀਨ ਹੈ, ਇਸ ਜਗਤ ਦੀ ਸਰਾਂ ਦੇ ਵਿੱਚ ਕੋਈ ਟਿਕਣ ਵਾਲਾ ਨਹੀਂ ਹੈ, ਹਰ ਆਕਾਰ ਜਿਹੜਾ ਹੈ ਮਿੱਥਿਆ ਹੈ। ਇਸ ਤਰ੍ਹਾਂ ਦੇ ਵਾਕ ਕੱਥ ਰਿਹਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਝ ਬਹੁਤ ਕਿਹਾ ਜਾ ਸਕਦਾ, ਕਹੀ ਜਾਵੇ ਮਨੁੱਖ, ਪਰ ਕਹਿੰਦੇ ਪੀਰ ਪੁਕਾਰੇ ਔਰ। ਇਸ ਕਰਕੇ ਉਹਨਾਂ ਨੇ ਕੇਵਲ ਕਥਨੀ ਰੱਖੀ ਹੈ, ਪਰ ਜਿਹੜੇ ਇਸ ਪੀੜ ਵਿੱਚ ਹਨ ਉਹ ਕਿਸੇ ਹੋਰ ਢੰਗ ਨਾਲ ਪੁਕਾਰਦੇ ਹਨ, ਕਿਉਂਕਿ ਉਹਨਾਂ ਨੇ ਇਸ ਵਾਕ ਦੇ ਅਭਿਆਸ ਅੰਦਰ ਆਪਣੇ ਆਪ ਨੂੰ ਪਾ ਲਿਆ। ਫਿਰ ਜਦੋਂ ਇਸ ਵਾਕ ਦੇ ਅਭਿਆਸ ਅੰਦਰ ਬੰਦਾ ਆਪਣੇ ਆਪ ਨੂੰ ਪਾਉਂਦਾ ਤਾਂ ਕੀ ਫਰਕ ਹੁੰਦਾ ਉਹਦਾ ਦੂਜਿਆਂ ਨਾਲੋਂ। ਜਦੋਂ ਇਸ ਅਭਿਆਸ ਦੇ ਨਾਲ ਇੱਕ ਹੈ ਵੈਰਾਗ ਦੀ ਗੱਲ ਕਰਦਾ, ਇੱਕ ਜਿਹਦੇ ਅੰਦਰ ਵੈਰਾਗ ਦੇ ਵਾਕ ਦਾ ਅਭਿਆਸ ਆ ਗਿਆ, ਉਹਦਾ ਜੀਵਨ ਕੀ ਹੁੰਦਾ ਹੈ। ਉਹ ਸਭ ਤੋਂ ਪਹਿਲਾਂ ਜੀਵਨ ਦੇ ਵਿੱਚ ਆਪਣੇ ਤਨ ਨੂੰ ਮਿੱਥਿਆ ਜਾਣ ਕੇ ਇਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਸ਼ੁਰੂ ਕਰਦਾ ਹੈ ਕਿ ਉਹਦੇ ਜੀਵਨ ਦੀ ਪ੍ਰਤੀਤ ਸਭ ਤੋਂ ਪਹਿਲਾਂ ਸਾਦਗੀ ਵਿੱਚ ਢਲਦੀ ਹੈ। ਇਹ ਪਹਿਲਾ ਲੱਛਣ ਹੈ ਕਿ ਜਿਸ ਮਨੁੱਖ ਨੇ ਵੈਰਾਗਵਾਨ ਜੀਵਨ ਹੈ, ਵੈਰਾਗਵਾਨ ਕੇਵਲ ਤਿਆਗ ਵਾਲਾ ਨਹੀਂ, ਜਿਸ ਵੈਰਾਗਵਾਨ ਦੇ ਵਿੱਚ ਪ੍ਰਭੂ ਦੇ ਮਿਲਣ ਦੀ ਇੱਕ ਵੱਡੀ ਚਾਹਤ ਹੈ, ਆਪਣੇ ਜੀਵਨ ਦੀ ਸ਼ੁੱਧਤਾ ਨੂੰ ਪੂਰੀ ਪ੍ਰਾਪਤ ਕਰਨ ਦੀ ਚਾਹਤ ਹੈ, ਉਹਦਾ ਸਭ ਤੋਂ ਪਹਿਲਾਂ ਜੀਵਨ ਸਾਦਗੀ ਦੇ ਨਿਯਮ ਵਿੱਚ ਢਲਦਾ ਹੈ। ਇਸ ਕਰਕੇ ਉਹਦੇ ਜੀਵਨ ਦੇ ਜਿਹੜੇ ਬਾਹਰੀ ਪਸਾਰ ਹਨ, ਜਿਹਦੇ ਵਿੱਚ ਭਰਪੂਰਤਾ ਚਾਹੀਦੀ ਹੈ, ਉਹਨਾਂ ਨੂੰ ਬੜੇ ਮਨਫੀ ਕਰਨਾ ਸ਼ੁਰੂ ਕਰ ਦਿੰਦਾ ਹੈ।
ਉਹਨੂੰ ਪਤਾ ਹੈ ਕਿ ਮਾਟੀ ਕੀ ਦੇਹ ਧੁਪਣੀ ਨਹੀਂ, ਨਾ ਇਹ ਸਵਾਰੀ ਜਾਣੀ। ਗੁਰਬਾਣੀ 'ਚ ਵਾਕ ਹੁੰਦਾ, ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਹਨਵੰਤ ਦੁਆਰੰ ਭੀਤ ਰਹਿਤੰ ਬਾਹਯ ਰੂਪੰ ਅਸਥੰਭਨః। ਇਸੇ ਪ੍ਰਕਾਰ ਕਿ ਉਹ ਪਹਿਲਾਂ ਬਾਕੀ ਚੀਜ਼ਾਂ ਨੂੰ ਨਾਸ਼ਵਾਨ ਬਾਅਦ 'ਚ ਜਾਣਦਾ ਹੈ, ਪਹਿਲਾਂ ਸਰੀਰ ਨੂੰ ਜਾਣਦਾ। ਇਸ ਕਰਕੇ ਸਰੀਰ ਨੂੰ ਨਾਸ਼ਵਾਨ ਜਾਣਨ ਦੇ ਨਾਲ ਉਹ ਦੇਹ ਦੀ ਮਮਤਾ ਛੱਡਦਾ ਹੈ। ਅਤੇ ਦੇਹ ਦੀ ਮਮਤਾ ਛੱਡਣ ਦੇ ਲਈ ਉਹਨੂੰ ਪਹਿਲਾਂ ਕੀ ਕਰਨਾ ਪੈਂਦਾ ਹੈ ਕਿ ਜਿਸ ਦੇਹ ਨੂੰ ਸਵਾਰਨ ਦਾ ਜਾਂ ਉਸ ਨੂੰ ਬੜਾ ਚੰਗਾ ਬਣਾਉਣ ਦਾ ਯਤਨ ਕਰਦਾ ਹੈ, ਪਹਿਲਾਂ ਮਨੁੱਖ ਉਸ ਨੂੰ ਛੱਡਦਾ ਹੈ। ਇਸ ਕਰਕੇ ਉਹਦੇ ਜੀਵਨ 'ਚ ਸਾਦਗੀ ਆਉਂਦੀ ਹੈ। ਜਿੰਨੇ ਦੁਨੀਆ ਦੇ ਵੱਡੇ ਅਧਿਆਤਮਿਕ ਪੁਰਖ ਦੇਖੋਗੇ, ਉਹ ਸਾਦਗੀ ਦਾ ਮੁਜੱਸਮ ਹੋਣਗੇ। ਜਿਹਦੇ ਜੀਵਨ 'ਚ ਸਾਦਗੀ ਨਹੀਂ ਆ ਰਹੀ ਅਜੇ, ਪਹਿਨਣ ਦੀ, ਖਾਣ ਪੀਣ ਦੀ, ਤੁਰਨ ਫਿਰਨ ਦੀ, ਗੱਲਬਾਤ ਦੀ, ਸਮਝੋ ਅਜੇ ਉਹਦਾ ਅਨੁਭਵ ਉੱਚਾ ਨਹੀਂ ਹੋਇਆ। ਉਂਝ ਮਾੜੀ ਮੋਟੀ ਉਹਨੂੰ ਖਬਰ ਹੋ ਸਕਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੀਰ ਪੁਕਾਰੇ ਔਰ। ਇੱਕ ਵਿਰਾਗ ਬਾਰੇ ਬੜਾ ਬੋਲ ਰਿਹਾ ਹੈ, ਪਰ ਕਹਿੰਦੇ ਵਿਰਾਗ ਦੇ ਵਾਕ ਦੇ ਅਭਿਆਸ ਵਿੱਚ ਪਏ ਹਾਂ, ਤਾਂ ਹੁਣ ਜਦੋਂ ਇਸ ਗੱਲ ਦਾ ਅਭਿਆਸ ਕਰਨਾ ਪੈਂਦਾ ਹੈ ਤਾਂ ਕਹਿੰਦੇ ਮੁਸ਼ਕਿਲ ਹੁੰਦੀ ਹੈ ਇਹਦੇ ਵਿੱਚ, ਕਿ ਆਪਣੇ ਤਨ ਨੂੰ ਮਿੱਥਿਆ ਜਾਣ ਕੇ ਉਹਦੀ ਸਾਦਗੀ ਵਾਲਾ ਵਿਵਹਾਰ ਕਰਨਾ। ਇਹ ਪਹਿਲਾ ਲੱਛਣ। ਦੂਜਾ ਲੱਛਣ ਹੈ ਕਿ ਮਨੁੱਖ ਜੀਵਨ ਦੀ ਬਾਹਰੀ ਪ੍ਰਤੀਤ ਦੇ ਵਿੱਚ ਰੁਚੀ ਬੜੀ ਘੱਟ ਲੈਣ ਲੱਗ ਪੈਂਦਾ ਹੈ, ਜਿਹੜੇ ਠੀਕ ਵੈਰਾਗਵਾਨ ਹਨ। ਕਿਉਂਕਿ ਇੱਕ ਵੈਰਾਗਵਾਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਸਨ, ਜਿਹੜੇ ਘਰ ਪਰਿਵਾਰ ਤੋਂ ਦੂਰ ਸਨ। ਜੇ ਗੁਰਮਤਿ ਦੇ ਦ੍ਰਿਸ਼ਟੀਕੋਣ 'ਚ ਵਾਚੀਏ ਤਾਂ ਪਹਿਲਾ ਨੁਕਤਾ ਕਿ ਉਹਦੇ ਜੀਵਨ 'ਚ ਸਾਦਗੀ ਢਲਦੀ ਹੈ। ਉਹਦਾ ਬੋਲ ਵੀ ਸਾਦਗੀ 'ਚ ਆਉਂਦਾ ਹੈ, ਭਾਵੇਂ ਕਿੰਨਾ ਗਿਆਨਵਾਨ ਕਿਉਂ ਨਾ ਹੋਵੇ। ਦੂਜਾ ਹੈ ਉਹਦੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਸਾਦਗੀ ਢਲਦੀ ਹੈ। ਦੂਜਾ, ਉਹਦੇ ਜੀਵਨ ਦੇ ਵਿੱਚ ਜਿਹੜੀ ਜੀਵਨ ਦੀ ਬਾਹਰੀ ਪ੍ਰਤੀਤ ਹੈ, ਉਹਦੇ ਵਿੱਚ ਰੁਚੀ ਘਟਣੀ ਸ਼ੁਰੂ ਹੋ ਜਾਂਦੀ ਹੈ। ਉਹ ਰੁਚੀ ਘਟਣ ਦਾ ਭਾਵ ਕੀ ਹੈ? ਉਹਨੂੰ ਪਤਾ ਲੱਗ ਜਾਂਦਾ ਕਿ ਜਗਤ ਬਾਹਰਮੁਖੀ ਹੈ, ਅਤੇ ਜਿੰਨਾ ਜ਼ਿਆਦਾ ਬਾਹਰਮੁਖੀ ਰਹਾਂਗਾ ਓਨਾ ਜ਼ਿਆਦਾ ਹੀ ਮਲੀਨ ਹੋਵਾਂਗਾ। ਇਸ ਕਰਕੇ ਉਹ ਬਾਹਰਮੁਖੀ ਪ੍ਰਤੀਤ ਨੂੰ ਕਿਵੇਂ ਘਟਾਉਂਦਾ ਹੈ? ਬਹੁਤ ਜ਼ਿਆਦਾ ਚਰਚਾ ਤੋਂ ਦੂਰੀ ਬਣਾਉਂਦਾ ਹੈ। ਕਿਸੇ ਤਰ੍ਹਾਂ ਦੀ ਵੀ ਚਰਚਾ, ਉਹ ਕੇਵਲ ਗੁਰ ਸ਼ਬਦ ਦਾ, ਗੁਰ ਕੇ ਸ਼ਬਦ ਦੇ ਕੀਰਤਨ ਦਾ ਆਹਾਰ ਰੱਖਦਾ, ਦੂਜਾ ਨਹੀਂ। ਇਸ ਕਰਕੇ ਪਹਿਲਾ ਉਹ ਇਹ ਕਾਰਨ ਕਰਦਾ ਹੈ। ਦੂਜਾ ਹੈ ਜੀਵਨ ਦੇ ਵਿੱਚ ਜਿਹੜੇ ਜਾਣਨ ਦੇ ਪੱਖ ਨੇ, ਦੂਜੇ ਨੂੰ ਜਾਣਨ ਦੀ ਚਾਹਤ ਹੈ, ਉਹਦੇ ਵਿੱਚ ਮਨੁੱਖ ਦੀ ਇੱਕ ਖਾਸ ਤਰ੍ਹਾਂ ਦੀ ਈਗੋ ਕੰਮ ਕਰਦੀ ਹੈ। ਉਹ ਉਹਨੂੰ ਵੀ ਖਤਮ ਕਰਦਾ ਹੈ। ਉਹਨੂੰ ਆਪਣੇ ਜਾਣਨ ਦੀ ਹੁੰਦੀ, ਇਸ ਕਰਕੇ ਉਹ ਬਾਹਰ ਜਾਣਨ ਦੀ ਇੱਛਾ ਹੀ ਨਹੀਂ ਰੱਖਦਾ। ਫਿਰ ਇਸ ਕਰਕੇ ਜਦੋਂ ਜੀਵਨ ਦੀ ਬਾਹਰਮੁਖੀ ਪ੍ਰਤੀਤ ਘਟਾਉਣ ਲੱਗ ਪੈਂਦਾ ਹੈ, ਫਿਰ ਮੁਸ਼ਕਿਲ ਹੁੰਦੀ ਹੈ। ਮਨੁੱਖ ਸਮੂਹ ਦੇ ਵਿੱਚ ਬੈਠਣਾ ਹੋਵੇ ਨਾ, ਤਾਂ ਸਮੂਹ ਵੱਧਦਾ ਹੀ ਚਲੇ ਜਾਏਗਾ। ਮਨੁੱਖ ਨੂੰ ਇਕੱਲੇ ਬਹਿ ਕੇ ਕੁਝ ਕਰਨ ਲਈ ਕਰ ਦਿੱਤਾ ਜਾਵੇ, ਇਸ ਕਰਕੇ ਲੋਕ ਬਾਜ਼ਾਰ ਜਾਣਗੇ, ਗੁਰੂ ਘਰ ਆਉਣਗੇ, ਕਿਤੇ ਵੀ ਦੋ ਹੀ ਜਾਣਗੇ, ਕਿਉਂਕਿ ਉੱਥੇ ਮਨੁੱਖ ਦਾ ਸੰਕਟ ਹੁੰਦਾ ਥੋੜ੍ਹਾ ਜਿਹਾ, ਉਹਦੇ ਅੰਦਰ ਸੰਕਟ ਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਪੀਰ ਹੈ, ਜਿਹੜਾ ਵਿਰਾਗ ਦੀ ਪੀੜ ਵਿੱਚ ਹੈ, ਉਹ ਜੀਵਨ ਦੀ ਜਦੋਂ ਬਾਹਰਮੁਖੀ ਪ੍ਰਤੀਤ ਨੂੰ ਛੱਡਦਾ ਹੈ ਤਾਂ ਉਹ ਇੱਕ ਦਰਦ 'ਚੋਂ ਵੀ ਗੁਜ਼ਰਦਾ ਹੈ। ਉਂਝ ਬੰਦੇ ਨੂੰ ਪਰਿਵਾਰ, ਮਜਲਸਾਂ, ਮਹਿਫਲਾਂ 'ਚ ਬਹਿਣਾ ਚੰਗਾ ਲੱਗਦਾ ਹੈ, ਪਰ ਇੱਕ ਆਪਣੇ ਜੀਵਨ ਦੇ ਸੱਤ ਅਭਿਆਸ ਦੇ ਲਈ, ਵਿਰਾਗ ਦੇ ਅਭਿਆਸ ਲਈ ਉਹਨੂੰ ਜੀਵਨ ਦੀ ਬਾਹਰਮੁਖੀ ਪ੍ਰਤੀਤ ਛੱਡਣੀ ਪੈਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਉਹਦੇ ਅੰਦਰ ਇੱਕ ਦਰਦ ਹੈ। ਇਹ ਦੂਜਾ ਨੁਕਤਾ। ਤੀਜਾ ਨੁਕਤਾ ਹੈ ਕਿ ਜਦੋਂ ਉਹ ਠੀਕ ਵੈਰਾਗਵਾਨ ਹੁੰਦਾ ਹੈ, ਉਹਦੀ ਜਿਹੜੀ ਸੁਰਤ ਹੈ ਉਹ ਆਪਣੇ ਅਸਲ ਦੇ ਨਾਲ ਟਿਕੀ ਰਹਿੰਦੀ ਹੈ। ਇਸ ਕਰਕੇ ਉਹਦੀ ਸੁਰਤ ਵਿੱਚ ਕੋਈ ਵੀ ਰੁਕਾਵਟ ਆਏਗੀ, ਉਹ ਉਸ ਨੂੰ ਹਟਾ ਦੇਵੇਗਾ। ਉਹਦੇ ਵਿੱਚ ਕੁਝ ਵੀ ਆਏਗਾ। ਇਸ ਕਰਕੇ ਵੈਰਾਗਵਾਨ ਬੰਦੇ, ਜਿਹੜੇ ਕਈ ਦੁਨੀਆ ਦੇ ਐਸੇ ਵੈਰਾਗਵਾਨ ਹੋਏ, ਇੱਕਦਮ ਰਾਜ ਦਾ ਤਿਆਗ ਕਰ ਦਿੱਤਾ। ਉਹਨਾਂ ਨੂੰ ਪਤਾ ਸੀ ਕਿ ਇਹ ਪੂਰਾ ਨਹੀਂ, ਸਾਡੇ ਯਤਨ ਦੇ ਵਿੱਚ ਰੁਕਾਵਟ ਹੈ, ਉਸ ਨੂੰ ਪੂਰਾ ਕਰ ਦਿੰਦੇ ਹਨ, ਉਹ ਸਾਈਡ 'ਤੇ ਕਰ ਦਿੰਦੇ ਹਨ। ਇਸ ਕਰਕੇ ਜਿਹੜੇ ਠੀਕ ਵੈਰਾਗਵਾਨ ਹਨ, ਉਹ ਜੀਵਨ ਦੇ ਵਿੱਚ ਜਿਸ ਪਸਾਰ ਕਰਕੇ ਭਗਤੀ ਦਾ ਕਰਮ, ਅਧਿਆਤਮ ਦਾ ਕਰਮ ਉਹਨਾਂ ਦਾ ਰੁਕਦਾ ਹੋਵੇ, ਉਹਦਾ ਤਿਆਗ ਕਰ ਦਿੰਦੇ ਹਨ। ਤਿਆਗ ਦਮਨ ਦੇ ਨਾਲ ਨਹੀਂ ਕਰਦੇ, ਸਹਿਜ ਦੇ ਨਾਲ ਕਰਦੇ ਹਨ, ਕਿ ਉਹਦੀ ਅੰਦਰੋਂ ਜਿਹੜੀ ਵਾਸਨਾ ਪ੍ਰਵਿਰਤੀ ਆ ਹੌਲੀ ਹੌਲੀ ਖਤਮ ਹੋ ਜਾਏ, ਕਿਉਂਕਿ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵਾਚ ਰਹੇ ਹਾਂ। ਤੀਜਾ ਨੁਕਤਾ ਇਹ। ਚੌਥਾ ਨੁਕਤਾ, ਜਿਹੜੇ ਵੈਰਾਗਵਾਨ ਹੋ ਜਾਂਦੇ ਹਨ, ਉਹ ਨਾਮ ਧਨ ਸੰਚਦੇ ਹਨ। ਉਹ ਜਗਤ ਦੀ ਸੰਚਣਾ ਹੀ ਛੱਡ ਦਿੰਦੇ ਹਨ। ਜਗਤ ਦਾ ਪਦਾਰਥ, ਜਗਤ ਦੀ ਪ੍ਰਤਿਭਾ, ਜਗਤ ਦੀ ਪ੍ਰਸਿੱਧੀ, ਜਗਤ ਦੀ ਬਾਹਰਮੁਖੀ ਜਿਹੜੀ ਚਰਚਾ ਹੈ, ਇਹਦਾ ਉਹ ਖਿਆਲ ਹੀ ਛੱਡ ਦਿੰਦੇ ਹਨ। ਉਹ ਨਾਮ ਧਨ ਸੰਚਦੇ ਹਨ। ਇਹ ਉਹਨਾਂ ਦੇ ਵੈਰਾਗਵਾਨ ਹੋਣ ਦੇ ਚਾਰ ਪ੍ਰਕਾਰ ਨੇ, ਹੋਰ ਵੀ ਬਹੁਤ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਾਰੇ ਬਹੁਤ ਪੁਕਾਰਿਆ। ਇਹ ਬਹੁਤ ਵੱਡੇ ਮਾੜੇ ਹਨ, ਜਿਹੜੇ ਇਸ ਸੰਬੰਧ ਦੇ ਵਿੱਚ ਕਥਨੀ ਕਰਦੇ ਹਨ। ਅਤੇ ਜਿਹੜੇ ਪੀਰ ਪੁਕਾਰੇ ਔਰ ਜਿਹੜੇ ਵੈਰਾਗ ਦੀ ਪੀੜ ਵਿੱਚ ਹਨ,
ਉਹਨਾਂ ਦੀ ਜਿਹੜੀ ਬਾਤ ਹੈ ਉਹ ਕੁਝ ਹੋਰ ਤਰ੍ਹਾਂ ਦੀ ਹੈ। ਇਸ ਕਰਕੇ ਅਧਿਆਤਮ ਦੇ ਵਿੱਚ ਨਾ ਇਹ ਖੂਬਸੂਰਤੀ ਦੇਖਣੀ ਚਾਹੀਦੀ ਹੈ। ਜਦ ਬੰਦਾ ਕਥਨੀ ਕਰਦਾ ਹੈ ਉਹਦਾ ਇੱਕ ਵੱਖਰਾ ਪੱਖ ਹੁੰਦਾ ਹੈ, ਉਹਦਾ ਜਿਹੜਾ ਜੀਵਨ ਇੱਕ ਸੁਰ ਹੈ ਉਸ ਗੱਲ ਦੀ ਬੜੀ ਹਾਮੀ ਭਰ ਦਿੰਦਾ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਵੈਰਾਗ ਬਾਰੇ ਕਥਦੇ ਨੇ, ਕਥੀ ਜਾ ਰਹੇ ਨੇ, ਉਹਦੀਆਂ ਬੜੀਆਂ ਵਿਧੀਆਂ ਦੱਸ ਰਹੇ ਨੇ, ਪਰ ਜਿਹੜਾ ਇਹਦੇ ਵਿੱਚ ਗੁਜ਼ਰ ਰਿਹਾ ਹੈ ਉਹਦੇ ਕੋਲੋਂ ਕਹਿਣ ਲਈ ਬਹੁਤ ਥੋੜ੍ਹੇ ਵਾਕ ਹਨ, ਕਿਉਂਕਿ ਉਹ ਚੀਜ਼ ਨੂੰ ਬੁੱਝਣ ਦੇ ਤਰਫ ਚੱਲ ਪਿਆ ਹੈ। ਇਸ ਕਰਕੇ ਗਿਆਨ ਦੇ ਨਾ ਦੋ ਪੱਧਰ ਹੁੰਦੇ ਨੇ, ਇੱਕ ਹੁੰਦਾ ਜਾਣਨਾ। ਉਦਾਹਰਨ ਦੇ ਤੌਰ 'ਤੇ ਵੈਰਾਗ ਬਾਰੇ ਜਿਵੇਂ ਭਰਤਰੀ ਹਰੀ ਦਾ ਵੈਰਾਗ ਸ਼ਤਕ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਵੈਰਾਗਮਈ ਆਖਦੇ। ਹੁਣ ਇਹਦਾ ਪਾਠ ਕਰ ਲੈਣਾ, ਇਹਦਾ ਗਾਇਨ ਕਰ ਲੈਣਾ ਆਪਣੇ ਆਪ ਦੇ ਵਿੱਚ ਇੱਕ ਉੱਤਮ ਕਰਮ ਹੈ, ਪਰ ਜਿੱਦਣ ਉਹ ਵਾਕਾਂ ਨੇ ਥੋੜ੍ਹਾ ਅੰਦਰ ਦਖਲ ਦਿੱਤਾ ਉਦਣ ਮੁਸ਼ਕਿਲ ਹੋਏਗੀ। ਗੁਰਬਾਣੀ 'ਚ ਨਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਬੜੇ ਬੇਅੰਤ ਸਤਿਗੁਰੂ ਦੀ ਕਿਰਪਾਮਈ ਵਾਕ ਆਉਂਦੇ ਹਨ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਵਾਕ ਹੈ, ਘਰ ਕੀ ਨਾਰ ਉਰਹੇ ਤਨ ਲਾਗੀ, ਉਹ ਤਉ ਭੂਤ ਭੂਤ ਕਰ ਭਾਗੀ। ਜਦ ਮਨੁੱਖ ਇਸ ਅਸਲੀਅਤ ਨੂੰ ਹੁਣ ਮਨੁੱਖ ਮਾਣੇਗਾ ਨਹੀਂ, ਕਿਉਂਕਿ ਮਰਨ ਤੋਂ ਬਾਅਦ ਕੀ ਪਤਾ ਉਹ ਮੇਰੇ ਨੇੜੇ ਰਹੀ ਕਿ ਨਹੀਂ ਰਹੀ। ਜਿਹੜਾ ਵੈਰਾਗ ਦਾ ਅਭਿਆਸ ਉਹ ਇਸ ਗੱਲ ਦੀ ਸਾਨੂੰ ਪ੍ਰਮਾਣ ਦਿੰਦਾ ਹੈ ਕਿ ਨਾਸ਼ਵਾਨ ਹੈ, ਅਤੇ ਨਾਸ਼ਵਾਨਤਾ ਦੇ ਭਾਵ ਨੂੰ ਆਪਣੇ ਜਿਉਂਦਿਆਂ ਹੀ ਆਪਣੀ ਕਲਪਨਾ ਦੇ ਵਿੱਚ ਪਾ ਕੇ, ਆਪਣੇ ਅਭਿਆਸ ਦੇ ਵਿੱਚ ਪਾ ਕੇ ਉਹਦਾ ਪੂਰਾ ਅਨੁਭਵ ਪ੍ਰਾਪਤ ਕਰ ਲੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੈ ਔਰ। ਇਸ ਕਰਕੇ ਇੱਕ ਪ੍ਰਮਾਣ ਆਪਦੇ ਸਨਮੁਖ, ਕਿਸੇ ਨਗਰ ਦੇ ਵਿੱਚ ਦੋ ਮਹਾਤਮਾ ਰਹਿੰਦੇ ਸਨ। ਇੱਕ ਮਹਾਤਮਾ ਕਦੀ ਕਦਾਈ ਉਹਦੇ ਕੋਲ ਕੋਈ ਇੱਕ ਅੱਧਾ ਮਨੁੱਖ ਬੈਠਾ ਹੋਣਾ, ਇੱਕ ਦੇ ਕੋਲ ਰੋਜ਼ ਭੀੜ ਰਹਿਣੀ, ਉਹਨੇ ਉਪਦੇਸ਼ ਕਰਦੇ ਹੋਣਾ। ਕਿਸੇ ਉਸ ਨਗਰ ਵਿੱਚ ਕੋਈ ਬਾਹਰੋਂ ਇੱਕ ਨਵਾਂ ਜਗਿਆਸੂ ਆਇਆ, ਉਹ ਪਹਿਲੇ ਮਹਾਤਮਾ ਕੋਲ ਗਿਆ, ਉਹਨੇ ਬੜੇ ਉਹਨੂੰ ਵਾਕ ਸੁਣਾਏ, ਬੜੇ ਵਿਖਿਆਨ ਦਿੱਤੇ। ਦੂਜੇ ਕੋਲ ਗਿਆ, ਕਈ ਦਫਾ ਕਈ ਘੰਟੇ ਬੈਠਾ ਰਿਹਾ, ਕੁਝ ਨਾ ਕਿਹਾ, ਉਹ ਵਾਪਸ ਆ ਗਿਆ। ਉਹਨੇ ਜਾਣਿਆ ਕਿ ਜਿਹੜਾ ਪਹਿਲਾ ਮਹਾਤਮਾ ਇਹ ਜ਼ਿਆਦਾ ਚੰਗਾ ਹੈ, ਇਹ ਵਿਖਿਆਨ ਦਿੰਦਾ ਹੈ, ਬੰਦੇ ਨੂੰ ਗੱਲ ਸਮਝਾਉਂਦਾ। ਤਾਂ ਉਹਨੇ ਇਹ ਵਿਥਿਆ ਕਿਸੇ ਹੋਰ ਨਾਲ ਸਾਂਝੀ ਕੀਤੀ ਕਿ ਨਗਰ ਵਿੱਚ ਦੋ ਮਹਾਤਮਾ ਨੇ, ਪਰ ਜਿਹੜਾ ਵਿਖਿਆਨ ਦਿੰਦਾ ਨਾ ਉਹ ਜ਼ਿਆਦਾ ਚੰਗਾ ਹੈ, ਉਹ ਗੱਲ ਸਮਝਾਉਂਦਾ ਹੈ। ਤਦ ਉਸ ਜਗਿਆਸੂ ਪੁਰਸ਼ ਨੇ ਕਿਹਾ, ਜਿਹੜਾ ਦੂਸਰੇ ਮਹਾਤਮਾ ਦੇ ਕੋਲ ਗਿਆ ਨਾ, ਉਹਨੇ ਤੈਨੂੰ ਕੁਝ ਨਹੀਂ ਕਿਹਾ? ਕਹਿੰਦਾ ਨਹੀਂ। ਕਹਿੰਦਾ ਦੂਜੀ ਦਫਾ ਜਾਣਾ। ਦੂਜੀ ਦਫਾ ਗਿਆ ਤਾਂ ਉਹ ਕਹਿਣ ਲੱਗਾ ਕਿ ਜਾ ਕੇ ਜੀ ਮੈਨੂੰ ਵੈਰਾਗ ਦੇ ਸੰਬੰਧ ਵਿੱਚ ਕੁਝ ਮੇਰਾ ਮਾਰਗਦਰਸ਼ਨ ਕਰੋ। ਉਹ ਮਨੁੱਖ ਕਹਿਣ ਲੱਗਾ, ਜਿਹੜਾ ਉਹ ਮਹਾਤਮਾ ਸੀ, ਕਹਿਣ ਲੱਗਾ ਬੜੇ ਕੀਮਤੀ ਵਸਤਰ ਪਾਏ ਨੇ, ਇੱਥੇ ਉਤਾਰ ਕੇ ਸਾਰੇ ਸਾਦੇ ਵਸਤਰਾਂ ਦੇ ਨਾਲ ਭਲਾ ਵਾਪਸ ਜਾ ਹਾਂ ਘਰ। ਸਾਰੇ ਉਤਾਰ ਦੇ, ਇੱਥੇ ਸਾਦੇ ਵਸਤਰਾਂ ਦੇ ਨਾਲ ਘਰ ਜਾ, ਜਿੱਥੋਂ ਵੀ ਆਇਆ, ਜਿੱਥੇ ਵੀ ਤੇਰਾ ਟਿਕਾਣਾ ਹੈ, ਜੋ ਵੀ ਤੇਰੇ ਕੋਲ ਰਾਸ ਪੂੰਜੀ ਇੱਥੇ ਰੱਖ ਜਾ, ਬਿਲਕੁਲ ਸਾਦਾ ਹੋ ਕੇ ਜਾ, ਆਮ ਜਿਹੇ ਵਸਤਰ ਪਾ ਲਾ, ਇੱਥੋਂ ਇੱਕ ਅੱਧੀ ਚਾਦਰ ਲੈ ਜਾ। ਉਹਦੇ ਨਾਲ ਸਹਿਮਤ ਨਾ ਹੋਇਆ, ਕਹਿਣ ਲੱਗਾ ਨਹੀਂ ਇੰਝ ਨਹੀਂ ਹੋ ਸਕਦਾ, ਉਂਝ ਠੀਕ ਹੈ, ਮੈਂ ਤੁਹਾਨੂੰ ਇਸ ਤਰ੍ਹਾਂ ਦੇ ਵਸਤਰ ਹੋਰ ਲਿਆ ਦਿਆਂਗਾ। ਕਹਿੰਦਾ ਤੈਨੂੰ ਇਹ ਗੱਲ ਕਹਿਣ ਦਾ ਮੈਂ ਤੇਰੇ ਕੋਲ ਵਸਤਰ ਲੈਣ ਦੀ ਚਾਹਤ ਨਹੀਂ ਹੈ, ਨਾ ਮੈਂ ਤੇਰੇ ਤੋਂ ਇਸ ਤਰ੍ਹਾਂ ਦਾ ਭਾਵ ਰੱਖਦਾ। ਮੇਰਾ ਭਾਵ ਹੈ ਕਿ ਤੇਰੇ ਕੋਲੋਂ ਤਾਂ ਆਪਣੀ ਜ਼ਿੰਦਗੀ ਦੇ ਬਸਤਰ ਵਾਲੀ ਪ੍ਰਤੀਤ ਆਕਰਸ਼ਣ ਪਕੜ ਨਹੀਂ ਛੱਡੀ ਜਾ ਰਹੀ, ਅਤੇ ਵੈਰਾਗ ਦੇ ਵਿੱਚ ਤਾਂ ਜੀਵਨ ਦੀ ਸਾਰੀ ਪਕੜ ਹੀ ਛੱਡੀ ਗਈ ਹੈ। ਤੂੰ ਫਿਰ ਵੈਰਾਗ ਦਾ ਕੀ ਅਭਿਆਸ ਕਰੇਂਗਾ? ਇਸ ਕਰਕੇ ਪੀਰ ਪੁਕਾਰੈ ਔਰ। ਹੁਣ ਉਸ ਬੰਦੇ ਨੇ ਜਦੋਂ ਇੱਕ ਵਾਕ ਉਸ ਮਹਾਤਮਾ ਨੇ ਕਿਹਾ, ਅਤੇ ਉਹਦਾ ਇਕੱਲਾ ਵਾਕ ਨਹੀਂ ਹੈ, ਉਹਦੀ ਜ਼ਿੰਦਗੀ ਦਾ ਸਮੁੱਚਾ ਅਨੁਭਵ ਹੈ। ਬਾਣੀ ਵਿੱਚ ਭਗਤ ਸੂਰਦਾਸ ਜੀ ਦੀ ਇੱਕੋ ਪੰਕਤੀ ਆਉਂਦੀ ਹੈ, ਅਤੇ ਗੁਰੂ ਸਾਹਿਬ ਜੀ ਨੇ ਕਿਉਂ ਦਰਜ ਕੀਤੀ ਇੱਕ ਪੰਕਤੀ? ਹੁਣ ਅਸੀਂ ਜ਼ਿੰਦਗੀ ਸਾਡੀ ਗੱਲ 20 ਲਾਈਨਾਂ 'ਚ ਪੂਰੀ ਹੁੰਦੀ ਹੈ, ਇੱਕ ਲਾਈਨ 'ਚ ਅਸੀਂ ਗੱਲ ਨੂੰ ਮੰਨਦੇ ਹੀ ਨਹੀਂ ਕਦੀ ਪੂਰਾ। ਤਾਂ ਭਗਤ ਸੂਰਦਾਸ ਜੀ ਦੀ ਇੱਕ ਪੰਕਤੀ ਆਉਣ ਦਾ ਭਾਵ ਕੀ ਹੈ ਕਿ ਉਹਨਾਂ ਦਾ ਪੂਰਾ ਜੀਵਨ ਇਸ ਇੱਕ ਪੰਕਤੀ 'ਚੋਂ ਦੇਖਿਆ ਜਾ ਸਕਦਾ ਹੈ। ਮਤਲਬ ਜਦੋਂ ਭਗਤ ਸੂਰਦਾਸ ਜੀ ਦੀ ਗੱਲ ਹੋਏਗੀ ਤਾਂ ਉਹ ਪੰਕਤੀ ਉਹਨਾਂ ਦੇ ਜੀਵਨ ਦਾ ਪੂਰਾ ਦਰਸ਼ਨ ਕਰਾਏਗੀ ਕਿ ਕਿਵੇਂ ਉਹਨਾਂ ਨੇ ਬੇਮੁਖਾਂ ਦਾ ਸੰਗ ਛੱਡ ਕੇ ਅਤੇ ਜੀਵਨ ਦੇ ਉੱਚੇ ਭੇਦ ਨੂੰ ਪ੍ਰਾਪਤ ਕੀਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੈ ਔਰ। ਮਹਾਤਮਾ ਕਹਿਣ ਲੱਗਾ ਵੈਰਾਗ ਦੇ ਵਿੱਚ ਤਾਂ ਸਭ ਕੁਝ ਦੀ ਪਕੜ ਛੱਡਣੀ ਪੈਂਦੀ ਹੈ, ਅਤੇ ਤੂੰ ਇੱਕ ਆਮ ਪ੍ਰਤੀਤ ਨਹੀਂ ਛੱਡ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੈ ਔਰ। ਇਸ ਕਰਕੇ ਅੱਜ ਇਹਦੇ ਕਥਾ ਦੇ ਵੀ ਨੁਕਤਾ ਚੱਲਦਾ ਹੈ,
ਸਾਨੂੰ ਤਿਆਗ ਦੇ ਇੱਕ ਖਾਸ ਕਿਸਮ 'ਤੇ ਜ਼ੋਰ ਦਿੱਤਾ ਜਾਂਦਾ ਹੈ। ਕਥਾ ਦੇ ਡਿਸਕੋਰਸ 'ਚ ਨਾ ਇਹ ਗੱਲ ਚੱਲਦੀ ਹੈ, ਥੋੜ੍ਹਾ ਜੀ ਜ਼ਿੰਦਗੀ ਤਿਆਗ ਦੇ ਭਾਵ 'ਚ ਰੱਖੋ ਜੀ। ਪਰ ਜਿਹੜੇ ਤਿਆਗ ਦੇ ਭਾਵ ਕਹਿ ਰਹੇ ਹੁੰਦੇ ਹਨ, ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ 12-15 ਕਰੋੜ ਦੀ ਲਾਗਤ ਦੇ ਨਾਲ ਮੇਰਾ ਆਲੀਸ਼ਾਨ ਡੇਰਾ ਉਸਰ ਜਾਏ। ਮੈਂ ਕਈ ਨਿਕਟਵਰਤੀ ਹੁਣ ਤਾਂ ਚਲੋ ਅਭਿਆਸ ਮੇਰੇ ਰੁਕੇ ਹੋਏ ਨੇ ਇੱਥੇ ਆ ਕੇ, ਮੈਂ ਬਹੁਤ ਨੇੜਿਓਂ ਦੇਖਿਆ ਹੋਇਆ। ਉਹ ਬੜੇ ਬੜੇ ਵੱਡਿਆਂ ਬੰਦਿਆਂ ਦੇ ਸੰਪਰਕ 'ਚ ਰਹਿੰਦੇ ਨੇ, ਰੋਜ਼ ਕਥਾ ਦੇ ਵਿੱਚ ਵਿਰਾਗ ਦੀ ਗੱਲ ਕਰ ਰਿਹਾ, ਜੀਵਨ ਦੀ ਪਕੜ ਛੱਡਣ ਦੀ ਗੱਲ ਚੱਲ ਰਿਹਾ, ਪਰ ਆਪਣੇ ਜੀਵਨ ਦੇ ਵਿੱਚ ਜੇ ਸੰਸਾਰੀ ਨੂੰ ਹੁੰਦਾ ਨਾ ਭਰਮ ਕਿ ਮੇਰਾ ਘਰ ਚੰਗਾ ਬਣ ਜਾਏ, ਅਤੇ ਜਿਹੜੀ ਪੰਜਾਬ 'ਚ ਬਹੁ ਗਿਣਤੀ ਸਾਧ ਪੁਰਖ ਸਾਧ ਸ਼੍ਰੇਣੀ ਚੱਲਦੀ ਇਹਦੇ ਅੰਦਰ ਵੀ ਹੁੰਦਾ ਹੈ। ਸਭ ਕਿਸੇ ਦਫਾ ਮੈਂ ਇੱਕ ਨੂੰ ਦੱਸਿਆ ਜੀ, ਉਹਨਾਂ ਕਿਤੇ ਟਰਸਟ ਖੋਲ੍ਹ ਲਿਆ ਨਵਾਂ, ਵੀ ਮਾਇਆ ਆਇਆ ਕਰੇਗੀ ਵਿਦੇਸ਼ 'ਚੋਂ, ਕੁਝ ਮਹੀਨੇ ਆਈ ਨਾ, ਤਾਂ ਜਿੰਨੇ ਖੁਲਵਾਉਣ ਦੇ ਵਿੱਚ ਥੋੜ੍ਹੇ ਜਿਹੇ ਪੈਸੇ ਲੱਗੇ ਸੀ, ਉਹਦੇ ਕਢਵਾਉਣ ਨੂੰ ਫਿਰੇ ਕਿ ਕੱਢ ਮੇਰੇ ਪੈਸੇ ਖਰਾਬ ਕੀਤੇ ਨੇ। ਹੈ ਉਹ ਸਾਧ ਪੁਰਖ ਸੀ। ਇਹ ਅੰਦਰੂਨੀ ਕ੍ਰਾਈਸਿਸ ਨੇ ਜਿਹੜੇ ਸਾਨੂੰ ਬਾਹਰੋਂ ਨਹੀਂ ਨਜ਼ਰ ਆਉਂਦੇ। ਤਾਂ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ ਪੀਰ ਪੁਕਾਰੈ ਔਰ, ਜਿਹੜਾ ਕਿ ਵਿਰਾਗ ਦੀ ਜਾਂ ਧਰਮ ਦੇ ਕਿਸੇ ਅਭਿਆਸ ਵਿੱਚ ਹੋਏਗਾ, ਉਹਦਾ ਬੋਲ ਹੀ ਹੋਰ ਹੋਏਗਾ, ਉਹਦੇ ਜੀਵਨ ਦੀ ਰਵਾਨੀ ਹੀ ਕੋਈ ਹੋਰ ਹੋਏਗੀ। ਉਹ ਆਮ ਪ੍ਰਤੀਤਾਂ ਵਿੱਚ ਤਾਂ ਰਹਿੰਦਾ ਹੀ ਨਹੀਂ ਹੈ। ਇਸ ਪ੍ਰਕਾਰ ਕਰਕੇ ਅੱਜ ਜਿੰਨਾ ਸਾਧ ਪੁਰਖ ਦੇਖੋ, ਹਰੇਕ ਸਾਧ ਪੁਰਖ ਦਾ ਨਿੱਜ ਹੈਗਾ। ਕੋਈ ਨਹੀਂ, ਇੱਕ ਨਹੀਂ ਪੂਰੇ ਪੰਜਾਬ 'ਚ ਮਿਲ ਸਕਦਾ ਤੁਹਾਨੂੰ ਜਿਹਦਾ ਨਿੱਜ ਨਾ ਹੋਵੇ। ਨਿੱਜ ਕਮਰਾ, ਨਿੱਜ ਗੱਡੀ, ਨਿੱਜ ਉਹਦਾ ਉੱਠਣਾ ਬਹਿਣਾ। ਇੱਥੋਂ ਤੱਕ ਹਾਲਤ ਮਾੜੀ ਹੋਈ ਵੀ ਉਹਦੇ ਨਿੱਜ ਕਮਰੇ 'ਚ ਕੋਈ ਪ੍ਰਵੇਸ਼ ਵੀ ਨਹੀਂ ਕਰ ਸਕਦਾ, ਭਾਵੇਂ ਕਿੰਨਾ ਲੀਟ ਕਿਉਂ ਨਾ ਹੋਵੇ। ਇਸ ਕਰਕੇ ਜਿਹੜਾ ਨਿੱਜ ਕਮਾ ਰਿਹਾ, ਮਤਾ ਉਹਨੂੰ ਵਿਰਾਗਵਾਨ ਸਮਝ ਲੈਣਾ। ਬ੍ਰਹਮ ਦੇ ਵਿੱਚ 4 ਨੁਕਤੇ ਦੱਸ ਦਿੱਤੇ ਨਾ ਕਿ ਉਹ ਜੀਵਨ ਦੀ ਬਾਹਰਮੁਖੀ ਪ੍ਰਤੀਤ ਹੀ ਛੱਡ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਰ ਪੁਕਾਰੈ ਔਰ, ਜਿਨ੍ਹਾਂ ਨੇ ਨਹੀਂ ਵਿਰਾਗ ਬਾਰੇ ਜਾਣਿਆ ਉੱਚੀ ਉੱਚੀ ਬਾਹਾਂ ਉਲਾਰ ਕੇ ਦੱਸਦੇ ਨੇ ਜੀ ਇੰਝ ਕਰੋ ਇੰਝ ਕਰੋ, ਪਰ ਕਹਿੰਦੇ ਜਿਨ੍ਹਾਂ ਨੇ ਛੱਡਿਆ, ਜਿੰਨੇ ਵਾਕਿਆ ਹੀ ਵਿਰਾਗ ਵਿੱਚ ਹਨ, ਪੀਰ ਪੁਕਾਰੈ ਔਰ, ਉਹ ਆਰਾਮ ਦੇ ਨਾਲ ਬੈਠੇ ਨੇ। ਇਸ ਕਰਕੇ ਕਿਉਂਕਿ ਉਹ ਉਹਨਾਂ ਦੇ ਅੰਦਰ ਇੱਕ ਵੱਡਾ ਦਰਦ ਚੱਲ ਰਿਹਾ ਕਿ ਜਿਹੜਾ ਅਧਿਆਤਮ ਦਾ ਅਭਿਆਸ ਕਮਾਉਣਾ ਇੰਨਾ ਸੌਖਾ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ, ਸਾਨੂੰ ਗੁਰ ਸ਼ਬਦ ਦੀ ਇੱਕ ਚੋਟ ਲੱਗੀ ਹੈ, ਉਹ ਇਸ ਥਾਂ ਟਿਕਾਣੇ ਲੱਗੀ ਹੈ। ਕਹਿੰਦੇ ਹੁਣ ਭੱਜਣ ਦਾ ਕੋਈ ਰਾਹ ਨਹੀਂ, ਹੁਣ ਕੋਈ ਦੂਜੀ ਜੀਵਨ ਦੀ ਸਿਲਸਿਲਾ ਨਹੀਂ, ਕੋਈ ਢੰਗ ਨਹੀਂ ਹੈ ਕਿ ਗੁਰੂ ਕੇ ਉਪਦੇਸ਼ ਦੀ ਚੋਟ ਤੋਂ ਪਰਾਂ ਹੋ ਕੇ ਚੱਲ ਜਾਈਏ। ਇਸ ਕਰਕੇ ਇਹਦਾ ਇੱਕ ਪ੍ਰਮਾਣ ਸਾਨੂੰ ਸਿੱਖ ਜਿਹੜਾ ਉਹਦੇ ਵਿੱਚ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਇੱਕ ਦਫਾ ਜਿਹੜਾ ਵਾਕ ਕਿਹਾ ਨਾ ਉਹ ਭਾਈ ਮੰਝ ਜੀ ਨੂੰ ਕਿ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਉਹਦਾ ਵੀ ਭਾਵ ਇਹੀ ਗਹਿਰਾ ਭਾਵ ਇਹ ਹੈ ਕਿ ਜਦੋਂ ਗੁਰ ਸ਼ਬਦ ਦੀ ਚੋਟ ਵੱਜਦੀ, ਉਹਦਾ ਕੋਈ ਦੂਜਾ ਰਾਹ ਨਹੀਂ ਹੈ, ਉਹਦਾ ਇੱਕੋ ਹੀ ਰਾਹ ਹੁੰਦਾ ਹੈ। ਉਹ ਹੁੰਦਾ ਹੈ ਜੋ ਗੁਰੂ ਨੇ ਕਹਿ ਦਿੱਤਾ, ਉਹਦੇ ਸੱਤ ਅਨੁਸਾਰ ਕਰਮ ਦਾ ਪੂਰਾ ਅਭਿਆਸ ਕਰਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲਾਗੀ ਚੋਟ ਮਰਮ ਕੀ। ਹੁਣ ਇਹਦੇ ਵਿੱਚ ਇੱਕ ਆਮ ਨੁਕਤਾ ਆਪਦੇ ਸਨਮੁਖ ਰੱਖਦਿਆਂ, ਜੀਵਨ ਦੇ ਵਿੱਚ ਸਾਨੂੰ 2 ਤਰ੍ਹਾਂ ਦੀਆਂ ਸੱਟਾਂ ਲੱਗਦੀਆਂ ਨੇ। ਇੱਕ ਹੁੰਦੀ ਗੁੱਜੀ, ਜਿਹੜੀ ਅੰਤਰੀਵ ਲੱਗਦੀ ਹੈ, ਉਹਦਾ ਬਾਹਰੋਂ ਕੋਈ ਲੱਛਣ ਪ੍ਰਗਟ ਨਹੀਂ ਹੁੰਦਾ, ਪਰ ਅੰਦਰੋਂ ਦਰਦ ਪੈਦਾ ਕਰਦੀ ਹੈ। ਇੱਕ ਹੁੰਦੀ ਬਾਹਰੀ, ਜਿਹਦਾ ਕੋਈ ਰੂਪ ਵੀ ਬਣ ਜਾਂਦਾ ਜ਼ਖਮ ਦੇ ਰੂਪ ਵਿੱਚ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਮ ਕੀ, ਭਾਵ ਕਿ ਉਂਝ ਦੇਖੋਗੇ ਉਂਝ ਹੋ ਸਕਦਾ ਹੈ ਉਹਦਾ ਜੀਵਨ ਬੜਾ ਆਮ ਵਰਗਾ ਤੁਹਾਨੂੰ ਦਿਸਦਾ ਹੋਵੇ, ਪਰ ਉਹ ਜਿਹੜਾ ਅੰਦਰ ਹੈ ਉਹ ਇਵੇਂ ਹੈ ਕਿ ਜਿਵੇਂ ਕਿਸੇ ਸੂਰਮੇ ਦੀ ਛਾਤੀ ਵਿੱਚ ਤੀਰ ਵੱਜਾ ਹੋਵੇ ਅਤੇ ਉਹ ਉਸ ਤੀਰ ਨੂੰ ਕੱਟ ਕੇ ਉਹਦਾ ਮੇਨ ਸੂਲ ਆਪਣੇ ਹਿਰਦੇ ਵਿੱਚ ਚੁਭਿਆ ਰਹਿਣ ਦੇਵੇ ਅਤੇ ਉੱਪਰ ਆਪਣੀ ਢਾਲ ਓੜ ਕੇ ਅਤੇ ਫਿਰ ਚੱਲਦਾ ਜਾਵੇ। ਭਾਵ ਕਿ ਜਿਹੜਾ ਗੁਰੂ ਸ਼ਬਦ ਆ ਉਹਦੇ ਅੰਦਰ ਨਿਸ਼ਾਨ ਲੱਗਾ ਹੋਇਆ ਹੈ, ਉਹਦੇ ਨਾਲ ਉਹ ਫਿਰ ਟਿਕਿਆ ਜਾਵੇ। ਹੁਣ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਠੌਰ, ਭਾਵ ਕਿ ਟਿਕ ਗਿਆ ਹਾਂ। ਇੱਕ ਦੇ ਪਿੰਦਰ ਚੋਟ ਲੱਗੇ, ਉਹ ਉੱਚੀ ਉੱਚੀ ਪੁਕਾਰਦਾ, ਚੀਕ ਮਾਰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਲੱਗੀ, ਅਸੀਂ ਟਿਕ ਗਏ ਹਾਂ। ਟਿਕਣ ਦਾ ਭਾਵ ਕੀ ਹੈ ਕਿ ਹੁਣ ਨਾ ਪੁਕਾਰਦੇ ਹਾਂ, ਇੱਕ ਵੱਡੀ ਸਾਇਲੈਂਸ ਵਿੱਚ ਚਲੇ ਗਏ ਹਾਂ। ਤਾਂ ਹੁਣ ਮਰਮ ਕੀ ਦਾ ਕੀ ਭਾਵ ਹੈ? ਮਨੁੱਖ ਜਦ ਜਾਣਦਾ ਨਾ, ਇਸ ਕਰਕੇ ਇਹ ਵੀ ਕ੍ਰਾਈਸਿਸ ਹੈ, ਅਸੀਂ ਥੋੜ੍ਹਾ ਨਹੀਂ ਇਹਦੇ ਬਾਰੇ ਸਮਝਦੇ। ਕਹਿੰਦੇ ਜਦੋਂ ਜਾਣਿਆ ਨਾ ਚੋਟ ਮਰਮ ਕੀ, ਉਹਦੇ ਵਿੱਚ ਆਇਆ ਹੈ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਹਿੰਦੇ ਉਹਨੂੰ ਲੱਗਿਆ ਕਿ ਬੋਲ ਵੀ ਵਿਅਰਥ ਹੁੰਦਾ ਹੈ। ਕਹਿੰਦੇ ਹੁਣ ਬੋਲਣ ਨੂੰ ਵੀ ਉਹਨਾਂ ਦਾ ਜੀਅ ਨਹੀਂ ਕਰਦਾ। ਉਹਨੂੰ ਪਤਾ ਬੋਲ ਦੇ ਅੰਦਰ ਉਹਨਾਂ ਤਾਣ ਹੀ ਨਹੀਂ ਹੈ, ਬੋਲ ਦੇ ਅੰਦਰ ਉਹਨਾਂ ਰਸ ਹੀ ਨਹੀਂ ਹੈ, ਬੋਲ ਦੇ ਅੰਦਰ ਉਹਨਾਂ ਅਰਥ ਹੀ ਨਹੀਂ ਹੈ। ਕਹਿੰਦੇ ਇਸ ਕਰਕੇ ਠੌਰ, ਜਿਹੜਾ ਭੇਦ ਜਾਣ ਗਿਆ ਉਹਨੂੰ ਪਤਾ ਹੁਣ ਅਸਲ ਗੱਲ ਕਰਨ ਵਾਲੀ। ਇਸ ਕਰਕੇ ਕਹਿੰਦੇ ਮਰਮ ਕੀ ਦਾ ਭਾਵ ਇਹ ਹੈ ਕਿ ਜਦੋਂ ਗੁਰੂ ਸ਼ਬਦ ਦੇ ਨਾਲ ਚੋਟ ਲੱਗੀ ਤੇ ਥਾਂ ਟਿਕਾਣੇ,
ਤਾਂ ਫਿਰ ਆਇਆ ਕਿ ਜਿਹੜਾ ਬੋਲ ਹੈ ਜਾਂ ਤਾਂ ਉਹਨੂੰ ਗਿਆਨ 'ਚ ਕਹਿ, ਜਾਂ ਉਹਨੂੰ ਗੁਰੂ ਕੀ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਰੂਪ 'ਚ ਕਹਿ। ਜਗਤ ਦੇ ਛੋਟੇ ਰੂਪਾਂ 'ਚ ਬੋਲ ਦਾ ਜ਼ਿਕਰ ਕਰਨਾ, ਪਰਮੇਸ਼ਰ ਦੀ ਦਿੱਤੀ ਹੋਈ ਨਾਦ ਰੂਪ ਦਾਤ ਦਾ ਛੋਟਾ ਪ੍ਰਯੋਗ ਕਰਨਾ ਜਾਂ ਨਿੰਦਿਆ ਰੂਪ ਪ੍ਰਯੋਗ ਕਰਨਾ, ਇਹ ਗਲਤ ਗੱਲ ਹੈ। ਇਸ ਕਰਕੇ ਕਹਿੰਦੇ ਮਰਮ ਕੀ। ਹੁਣ ਠੌਰ ਭਾਵ ਕਿ ਹੁਣ ਪ੍ਰਬੋਧਨ ਦਾ ਦੱਸਣ ਦਾ ਸਿਲਸਿਲਾ ਹੀ ਮੁੱਕ ਗਿਆ, ਕਿਉਂਕਿ ਪਤਾ ਲੱਗ ਗਿਆ ਕਿ ਆਵਾਜ਼ ਬੜੀ ਵੱਡੀ ਦਾਤ ਹੈ। ਬਾਣੀ 'ਚ ਵਾਕ ਹੁੰਦਾ ਬੋਲਨਹਾਰ ਪਰਮ ਗੁਰ ਇਹੀ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਚੋਟ ਲੱਗੀ ਹੈ ਤਾਂ ਹੁਣ ਬੋਲ ਵੀ ਛੁੱਟਦਾ ਜਾ ਰਿਹਾ। ਹੁਣ ਕਹਿੰਦੇ ਚੋਟ ਲੱਗੀ, ਚੋਟ ਮਰਮ ਕੀ ਲੱਗੀ ਹੈ ਤਾਂ ਹੁਣ ਬਾਹਰ ਦੀ ਸਾਰੀ ਭਟਕਣਾ ਮੁੱਕ ਰਹੀ ਹੈ। ਜਗਤ ਦਾ ਆਪਣਾ ਹੈ, ਅਸੀਂ ਸਾਰਾ ਕੁਝ ਉੱਥੇ ਰਹਿ ਕੇ ਹੀ ਕਮਾਵਾਂਗੇ। ਤੀਰਥ ਇਸ਼ਨਾਨ ਵੀ ਉੱਥੇ ਕਮਾਵਾਂਗੇ, ਪੂਜਾ ਵੀ ਉੱਥੇ ਕਰਾਂਗੇ, ਗੁਰਦੁਆਰਾ ਮੰਦਿਰ ਵੀ ਸਾਡਾ ਉੱਥੇ ਹੀ ਹੋਏਗਾ। ਇਹਦਾ ਭਾਵ ਬੜਾ ਗਹਿਰਾ ਹੈ ਕਿ ਜਿਹੜਾ ਠੌਰ ਹੈ ਨਾ, ਕਿਉਂਕਿ ਦੁਨੀਆ ਟਿਕਦੀ ਨਹੀਂ ਹੈ, ਮਨੁੱਖ ਦਾ ਗੁਰੂ ਘਰ ਆ ਕੇ ਨਹੀਂ ਟਿਕਦਾ ਕਥਾ ਦੇ ਵਿੱਚ। ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਰਹਿਓ ਕਬੀਰਾ ਠੌਰ। ਠੌਰ ਦਾ ਭਾਵ ਕੀ ਹੈ ਕਿ ਹੁਣ ਸਭ ਕੁਝ ਨੂੰ ਗੁਰੂ ਸ਼ਬਦ ਦੇ ਗਿਆਨ ਨਾਲ ਅੰਤਰੋਂ ਬੂਝਣ ਦਾ ਯਤਨ ਕਰ ਰਿਹਾ ਹਾਂ। ਇਸ ਕਰਕੇ ਜਦੋਂ ਸਾਡੇ ਅੰਦਰ ਜ਼ਖਮ ਹੁੰਦਾ ਨਾ ਸਾਡੇ, ਤਾਂ ਉਸ ਜ਼ਖਮ ਦੇ ਨਾਲ ਸਾਡੇ ਅੰਦਰ ਪ੍ਰਕਾਸ਼ ਜਾਂਦਾ ਹੈ, ਸਾਡੇ ਸਰੀਰ ਅੰਦਰ ਪ੍ਰਕਾਸ਼ ਜਾਂਦਾ। ਇਸ ਕਰਕੇ ਉਹ ਇੱਕ ਟੀਕਾ ਆਦਿਕ ਵੀ ਹੈ, ਉਹ ਵੀ ਇਸੇ ਕਰਕੇ ਹੀ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਸ਼ਬਦ ਦੀ ਚੋਟ ਨਾਲ ਬੰਦਾ ਵਿੰਨਿਆ ਨਹੀਂ ਜਾਂਦਾ, ਉਹਨਾਂ ਚਿਰ ਉਹਦੇ ਜੀਵਨ 'ਚ ਪਰਿਵਰਤਨ ਹੋਣਾ ਅਸੰਭਵ ਹੈ। ਅਤੇ ਠੌਰ ਸ਼ਬਦ ਬੜਾ ਕਮਾਲ ਹੈ ਕਿ ਬੰਦਾ ਟਿਕ ਗਿਆ। ਅਸੀਂ ਕਿੰਨੇ ਭੇਦ ਜਾਣਦੇ ਹਾਂ, ਤੀਰਥ ਦਾ ਕਿੰਨਾ ਭੇਦ ਜਾਣਿਆ, ਪਰ ਅਜੇ ਵੀ ਸਾਡੀ ਇੱਕ ਖਾਸ ਤਰ੍ਹਾਂ ਦੀ ਗੱਲ ਬਣੀ ਹੁੰਦੀ ਹੈ ਕਿ ਅਸੀਂ ਉੱਥੇ ਜਾਈਏ। ਕਈ ਦਫਾ ਸਾਨੂੰ ਕਿਸੇ ਨੇ ਪੁੱਛਿਆ ਜੀ ਤੁਸੀਂ ਤਾਂ ਫਿਰ ਜਾਣਦੇ ਹੋ, ਪਰ ਤੁਸੀਂ ਵੀ ਤਾਂ ਕਦੇ ਕਦਾਏ ਜਾਂਦੇ ਹੋ। ਮੈਂ ਕਿਹਾ ਜੀ ਜਿਸ ਦਿਨ ਸਾਡੀ ਅਧਿਆਤਮਿਕ ਸਾਧਨਾ ਸਾਨੂੰ ਲੱਗਦਾ ਖੜੋਤ ਆ ਰਹੀ ਹੈ, ਸਾਡੀ ਜਿਹੜੀ ਗਿਆਨ ਦੀ, ਭਾਵ ਦੀ, ਯਤਨ ਦੀ ਜਿਹੜੀ ਫਲਾਈਟ ਹੈ, ਉਹਦਾ ਅਗਲਾ ਰੂਪ ਕੋਈ ਨਹੀਂ ਬਣ ਰਿਹਾ, ਅਸੀਂ ਫਿਰ ਉੱਥੇ ਉਹਦੀ ਮਿਹਰ ਲਈ ਜਾਂਦੇ। ਇਸੇ ਕਰਕੇ ਹਰਿਮੰਦਰ ਸਾਹਿਬ ਦੀ ਦਹਿਲੀਜ਼ 'ਤੇ ਸਿਰ ਰੱਖਣ ਦਾ ਮਤਲਬ ਹੈ ਮੇਰੀ ਬੰਦਗੀ ਦਾ ਜਿਹੜਾ ਕਰਮ ਹੈ ਇਹ ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਮੁਰਝਾ ਰਿਹਾ, ਜਾਂ ਇਹ ਅੱਗੇ ਨਹੀਂ ਵੱਧ ਰਿਹਾ, ਜਾਂ ਇਹਦੇ ਅੰਦਰ ਜਿਹੜਾ ਗਿਆਨ ਦਾ ਨਵਾਂ ਭੇਦ ਨਹੀਂ ਖੁੱਲ੍ਹ ਰਿਹਾ। ਇਸ ਕਰਕੇ ਗੁਰੂ ਦੀ ਦਹਿਲੀਜ਼ 'ਤੇ ਮਸਤਕ ਰੱਖਣ ਦਾ ਮਤਲਬ ਹੈ ਇਹਦੀ ਛੋਹ ਨਾਲ ਮੇਰੇ ਮਸਤਕ ਦੇ ਕਪਾਟ ਫਿਰ ਖੁੱਲ੍ਹਣ ਅਤੇ ਮੇਰੀ ਅਧਿਆਤਮਿਕ ਜਰਨੀ ਚੱਲਦੀ ਰਹੇ। ਇਸ ਕਰਕੇ ਜਾਣਾ ਹੈ। ਜਿਹੜੇ ਇਸ ਤਰ੍ਹਾਂ ਦੇ ਬੰਦੇ ਜੇ ਜਾਣ ਤਾਂ ਤੀਰਥ ਸਥਾਨਾਂ 'ਤੇ ਕਦੀ ਭੀੜ ਨਾ ਹੋਵੇ। ਹੁਣ ਤਾਂ ਫੇਰਾਚਾਰੀ 'ਚ ਜਾਂਦੇ ਨੇ। ਕੋਈ ਬੰਦਾ ਉਦਾਹਰਨ ਦੇ ਤੌਰ 'ਤੇ ਅਸੀਂ ਰੋਜ਼ਾਨਾ ਡਾਕਟਰ ਕੋਲ ਤਾਂ ਜਾਂਦੇ ਨਹੀਂ, ਉੱਦਣ ਹੀ ਜਾਂਦੇ ਜਿੱਦਾਂ ਰੋਗ ਹੋਵੇ। ਹਾਂ ਉਂਝ ਠੀਕ ਹੈ, ਸਾਡਾ ਡਾਕਟਰ ਰਿਸ਼ਤੇਦਾਰ ਹੋਵੇ ਤਾਂ ਫਿਰ ਭਾਵੇਂ ਰੋਜ਼ ਜਾਈਏ, ਪਰ ਉਂਝ ਤਾਂ ਕੋਈ ਜਾਂਦਾ ਨਹੀਂ ਡਾਕਟਰ ਕੋਲ ਰੋਜ਼ਾਨਾ ਵੀ ਮੈਂ ਜੀ, ਕਿਉਂਕਿ ਰੋਗ ਹੀ ਨਹੀਂ ਹੈ, ਡਾਕਟਰ ਕੋਲ ਜਾਏਗਾ ਕੀ। ਇਸ ਕਰਕੇ ਸਤਿਗੁਰੂ ਵੀ ਵੈਦ ਹੈ। ਅਤੇ ਜਦ ਕੋਈ ਸਿੱਖ ਤੀਰਥ 'ਤੇ ਕਿਸੇ ਦਿਨ ਜਾਂਦਾ ਹੈ ਤਾਂ ਜੇ ਉਹ ਬੜੇ ਉੱਚੇ ਸੁੱਚੇ ਜੀਵਨ ਵਾਲਾ ਹੈ, ਅਭਿਆਸ ਦੇ ਜੀਵਨ ਵਾਲਾ ਹੈ, ਤਾਂ ਇਹਦੇ ਮਤਲਬ ਉਹਦਾ ਕੋਈ ਵੱਡਾ ਅਰਥ ਹੈ ਜਿਸ ਦਿਨ ਉਹ ਜਾ ਰਿਹਾ ਹੈ, ਕਿਉਂਕਿ ਉਹਨੇ ਉਸ ਥਾਂ ਨੂੰ ਉਵੇਂ ਜਾਣਿਆ ਹੀ ਨਹੀਂ ਹੈ। ਇਸ ਕਰਕੇ ਨਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੇ ਬਾਰੇ ਇੱਕ ਗੱਲ ਆਖੀ, ਕਹਿੰਦੇ ਕਿ ਜਦੋਂ ਹਰਿਮੰਦਰ ਸਾਹਿਬ ਪਰਿਕਰਮਾ ਕਰਦੇ ਹੋ ਨਾ ਤਾਂ ਬੰਦੇ ਵਾਂਗੂ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇੱਥੋਂ ਦੀ ਇੱਕ ਇੱਕ ਸਲੈਬ ਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰਾਂ ਦੇ ਸੀਸ ਲੱਗੇ ਹੋਏ ਨੇ। ਤੁਸੀਂ ਦੇਖੋ ਅਬਦਾ 5 ਹਮਲੇ ਹਰਿਮੰਦਰ ਸਾਹਿਬ 'ਤੇ ਹੋਏ, ਕਿੰਨੇ ਸਿੱਖ ਉੱਥੇ ਸ਼ਹੀਦ ਹੋਏ। ਭਾਵ ਕਿ ਇੱਕ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ, ਉਹਦੀ ਅਧਿਆਤਮਿਕ ਉੱਚਤਾ ਨੂੰ ਕਾਇਮ ਰੱਖਣ ਦੇ ਲਈ। ਅਤੇ ਸਾਡਾ ਕੀ ਹੁੰਦਾ ਹੈ, ਉੱਥੇ ਮੋਬਾਇਲ ਕੰਨ ਨੂੰ ਲੱਗਾ ਹੁੰਦਾ ਹੈ, ਸਾਰਾ ਕੁਝ ਉੱਥੇ। ਜਿਵੇਂ ਮੈਂ ਕਈ ਦੇਖ ਕੇ ਬਹੁਤ ਹੈਰਾਨ ਹੁੰਦੀ ਵੀ ਸਾਡੇ ਸਥਾਨਾਂ ਦਾ ਅਧਿਆਤਮਿਕ ਵਾਤਾਵਰਨ ਬਚ ਨਹੀਂ ਰਿਹਾ, ਅਸੀਂ ਬਚਾ ਵੀ ਨਹੀਂ ਰਹੇ ਅਤੇ ਬਚ ਵੀ ਨਹੀਂ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਹਿਓ ਕਬੀਰਾ ਠੌਰ। ਠੌਰ ਦਾ ਭਾਵ ਟਿਕ ਗਏ ਹਾਂ, ਹੁਣ ਕੋਈ ਭਟਕਣ ਦੀ ਕੋਈ ਗੁੰਜਾਇਸ਼ ਹੀ ਬਾਕੀ ਨਹੀਂ। ਜੇ ਕੋਈ ਤੀਰਥ ਕਹੇਗਾ, ਤੀਰਥ ਦਾ ਭਾਵ ਵੀ ਇੱਥੇ ਕਾਇਮ ਕਰਾਂਗੇ। ਜੇ ਕੋਈ ਯਾਤਰਾ ਦਾ ਭਾਵ ਕਹੇਗਾ ਤਾਂ ਯਾਤਰਾ ਵੀ ਬੈਠਿਆਂ ਹੀ ਕਰ ਰਹੇ ਹਾਂ। ਜੇ ਕੋਈ ਪੂਜਾ ਦਾ ਭਾਵ ਕਹੇਗਾ ਤਾਂ ਪੂਜਾ ਵੀ ਬੈਠਿਆਂ ਹੀ ਕਰ ਰਹੇ ਹਾਂ। ਜੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਦੀ ਗੱਲ ਕਰੇਗਾ ਤਾਂ ਸੇਵਾ ਬੈਠਿਆਂ ਹੀ ਕਰ ਰਹੇ ਹਾਂ। ਕਹਿੰਦੇ ਠੌਰ। ਇਸ ਕਰਕੇ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ ਇੱਕ ਜਗ੍ਹਾ। ਇਸ ਕਰਕੇ ਭਗਤ ਰਾਮਾਨੰਦ ਜੀ ਦਾ ਅਨੁਭਵ ਵੀ ਇਹਦੇ ਵਿੱਚ ਬੜਾ ਕਮਾਲ ਦਾ ਹੈ ਕਿ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਕਿਸ ਪ੍ਰਕਾਰ ਕਹਿੰਦੇ ਕਿ ਜਿਹੜੀ ਇਸ ਕਰਕੇ ਜਿਹੜੇ ਧਰਮ ਦੇ ਅਨੁਭਵ ਹੈ ਇਹਨਾਂ ਨੂੰ ਅੰਤਰੀਵ ਜਿੰਨਾ ਚਿਰ ਮਨੁੱਖ ਨਹੀਂ ਬੁੱਝਦਾ, ਨਹੀਂ ਇਹਦੀ ਸਾਧਨਾ ਕਰਦਾ, ਉਹਨਾਂ ਚਿਰ ਧਰਤੀ 'ਤੇ ਪਖੰਡ ਨਹੀਂ ਖਤਮ ਹੋਏਗਾ। ਜਿੰਨਾ ਚਿਰ ਮਨੁੱਖ ਚੀਜ਼ਾਂ ਦੇ ਅੰਦਰੀ ਵੀ ਭੇਦ ਨਹੀਂ ਸਮਝਦਾ, ਉਹਨਾਂ ਚਿਰ ਧਰਤੀ 'ਤੇ ਉਹਨਾਂ ਦੇ ਨਾਂ 'ਤੇ ਪਖੰਡ ਨਹੀਂ ਬੰਦ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ
ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਇਹਦਾ ਇੱਕ ਭਾਵ ਹੋਰ ਆਪ ਦੇ ਸਨਮੁਖ ਅਰਜ ਕਰਦੇ ਹਾਂ ਕਿ ਜਿਹੜੀ ਚੋਟ ਮਰਮ ਕੀ ਹੁੰਦੀ ਹੈ, ਉਹ ਫਿਰ ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਕਦੇ ਘਰ ਦੇ ਵਿੱਚ ਕਿਸੇ ਦਾ ਕੋਈ ਬੰਦਾ ਦੁਖੀ ਹੋ ਜਾਏ, ਕੋਈ ਬਿਮਾਰ ਹੋ ਜਾਏ, ਉਹਦਾ ਜਿਹੜਾ ਪਤਾ ਪੁੱਛਣ ਆਉਣਗੇ ਨਾ, ਤੁਸੀਂ ਦੇਖੋ ਬਹੁਤੀ ਵਾਰੀ ਉਹਦੇ ਨਾਲ ਜੁੜਦਾ ਆਪਣਾ ਦੁੱਖ ਵੀ ਸਾਂਝਾ ਕਰਨਗੇ। ਉਹਦਾ ਭਾਵ ਕੀ ਹੈ ਕਿ ਜਦੋਂ ਉਹਦਾ ਦੁੱਖ ਪੈਦਾ ਹੋਇਆ, ਉਹਨੇ ਦੂਜੇ ਦੇ ਦੁੱਖ ਨੂੰ ਅੰਦੋਲਿਤ ਕੀਤਾ ਅਤੇ ਉਹਨੇ ਵੀ ਆਪਣਾ ਦਰਦ ਦੱਸਿਆ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਚੋਟ ਮਰਮ ਕੀ ਲੱਗੀ, ਉਦੋਂ ਸਾਰੀ ਧਰਤੀ ਦੇ ਵਿੱਚੋਂ, ਜੀਵਨ ਦੇ ਸਾਰੇ ਚੱਕਰ ਦੇ ਵਿੱਚੋਂ ਆਪਣਾ ਭੇਦ ਸਮਝਿਆ ਕਿ ਇੱਕ ਜਿਹੜਾ ਭੌਰਾ ਹੈ ਉਹ ਸੁਗੰਧੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਅਤੇ ਸਾਨੂੰ ਪਤਾ ਵੀ ਹੈ ਕਿ ਰੱਬੀ ਰਸ ਵੱਡਾ ਹੈ, ਤਾਂ ਵੀ ਅਸੀਂ ਆਪਣਾ ਸਮਾਂ ਉੱਧਰ ਨਹੀਂ ਲਗਾਉਂਦੇ। ਕਹਿੰਦੇ ਇਸ ਕਰਕੇ ਠੌਰ ਉਹਨੂੰ ਇੱਥੋਂ ਵੀ ਸਮਝ ਆਉਂਦੀ ਹੈ। ਫਿਰ ਉਹਨੂੰ ਪਤਾ ਹੈ ਕਿ ਪਤੰਗਾ ਰੌਸ਼ਨੀ ਦੇ ਉੱਪਰ ਆਪਣੇ ਪਰ ਸਾੜ ਲੈਂਦਾ ਹੈ, ਪਰ ਉਹਨੂੰ ਇੱਕ ਮਿਲਾਪ ਦਾ ਵੱਡਾ ਸੁੱਖ ਪ੍ਰਾਪਤ ਹੁੰਦਾ ਹੈ। ਮਾਲਕ ਦੇ ਚਰਨਾਂ ਦੀ ਪ੍ਰੀਤ ਲਈ ਜਗਤ ਦੇ ਕੁਝ ਬਾਹਰੀ ਸੁੱਖ ਛੱਡਣੇ ਪੈਣ, ਕਹਿੰਦੇ ਇਹਦੇ ਵਿੱਚੋਂ ਵੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਲਾਗੀ ਚੋਟ ਮਰਮ ਕੀ, ਇਹ ਬੜੀ ਗਹਿਰੀ ਚੀਜ਼ ਹੈ। ਇਹਦੇ ਵਿੱਚ ਹੈ ਕਿ ਉਹ ਉਸ ਥਾਂ ਠਿਕਾਣੇ ਚੋਟ ਵੱਜੀ ਹੈ। ਜਿਵੇਂ ਕਈ ਵਾਰੀ ਲੜਾਈ ਹੋ ਰਹੀ ਹੋਵੇ ਨਾ, ਤਾਂ ਕੁਝ ਬੰਦੇ ਵਿੱਚੋਂ ਜਿਹੜੇ ਹੱਲਾਸ਼ੇਰੀ ਵਾਲੇ ਹੁੰਦੇ, ਉਹ ਕਹਿਣਗੇ ਦੇ ਸਿਰ 'ਚ ਮਾਰ, ਇਹਦੇ ਇੱਕ ਵਾਰੀ ਵੱਜ ਗਈ, ਇਹਨੇ ਥਾਂ ਮਰ ਜਾਣਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਸ਼ਬਦ ਦੇ ਉਪਦੇਸ਼ ਦੀ ਚੋਟ ਉੱਥੇ ਲੱਗੀ ਹੈ ਜਿੱਥੋਂ ਸਾਰੇ ਕਰਮ ਨਿਕਲਦੇ ਹਨ। ਅਤੇ ਜਦੋਂ ਸ਼ਬਦ ਦੀ ਚੋਟ ਲੱਗ ਗਈ ਹੈ, ਹੁਣ ਮਨੁੱਖ ਦੂਜੇ ਪਾਸੇ ਭੱਜ ਨਹੀਂ ਸਕਦਾ, ਉਹ ਟਿਕ ਗਿਆ ਹੈ। ਇਹ ਭਾਵ ਕਿ ਗੁਰੂ ਕੀ ਕਿਰਪਾ ਦਾ ਅਨੁਭਵ ਹੈ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਅਗਲੇ ਸ਼ਲੋਕ ਦੇ ਵਿੱਚ ਵੀ ਇਸੇ ਵਿਸ਼ੇ ਨਾਲ ਸੰਬੰਧਿਤ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਚੋਟ ਸੁਹੇਲੀ ਸੇਲ ਕੀ, ਕਹਿੰਦੇ ਸੇਲ ਕੀ ਦਾ ਭਾਵ ਹੁੰਦਾ ਹੈ ਨੇਜੇ ਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇਜੇ ਦੀ ਜਿਹੜੀ ਚੋਟ ਹੈ, ਛਾਤੀ ਦੇ ਵਿੱਚ ਵੱਜ ਜਾਏ, ਲਾਗਤ ਲੈ ਉਸਾਸ, ਲੱਗਦੇ ਸਾਰ ਹੀ ਮਨੁੱਖ ਦੇ ਸਾਹ ਕੱਢ ਲੈਂਦੀ ਹੈ, ਮਨੁੱਖ ਮਰ ਜਾਂਦਾ ਹੈ। ਪਰ ਚੋਟ ਸ਼ਹਾਰ ਹੈ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਉਹ ਸਰੀਰ ਦੇ ਵੱਜਣ ਦਾ, ਉਹ ਸਰੀਰ ਦੀ ਪੀੜ ਦਾ, ਸਰੀਰ ਦੇ ਮਰਨ ਦਾ ਜ਼ਿਕਰ ਹੈ। ਪਰ ਜਿਹੜਾ ਗੁਰੂ ਸ਼ਬਦ ਦੇ ਨੇਜੇ ਦੀ ਚੋਟ ਵੱਜੀ ਹੈ, ਉਹ ਮੈਨੂੰ ਜੀਵਤ ਦੇ ਮਰਨ ਵਾਲੇ ਭਾਵ ਤੋਂ ਰਹਿਤ ਕਰਦਾ ਹੈ। ਗੁਰਬਾਣੀ 'ਚ ਭਗਤ ਕਬੀਰ ਸਾਹਿਬ ਜੀ ਦਾ ਵਾਕ ਆਉਂਦਾ ਹੈ। ਹੁਣ ਇਹਦਾ ਵੀ ਇੱਕ ਗਹਿਰਾ ਭਾਵ ਹੈ ਕਿ ਚੋਟ ਸਹਾਰ ਹੈ ਸ਼ਬਦ ਕੀ, ਕਿ ਸ਼ਬਦ ਦੀ ਚੋਟ ਕੀ ਹੁੰਦੀ ਹੈ। ਸ਼ਬਦ ਦੀ ਚੋਟ ਹੁੰਦੀ ਹੈ ਜਦੋਂ ਮਨੁੱਖ ਚੇਤਨ ਹੋਵੇ। ਇਸ ਦਫਾ ਮੈਂ ਕਿਉਂਕਿ ਨਿੱਜ ਅਭਿਆਸ ਜਿੰਨੇ ਕਮਾਵਾਂ ਉਨੇ ਕੁ ਸਾਂਝੇ ਕਰ ਦਈਦੇ ਨੇ, ਇਸ ਕਰਕੇ ਮੈਂ ਕਈ ਦਫਾ ਅਰਜ਼ ਕੀਤੀ ਕਈਆਂ ਨੇ। ਜਦ ਅਸੀਂ ਬਾਣੀ ਪੜ੍ਹਦੇ ਹਾਂ, ਵੇਖੋ ਅਸੀਂ 10 ਮਿੰਟ ਦੇ ਵਿੱਚ ਮੰਨ ਲਓ ਕੋਈ ਬਾਣੀ ਪੜ੍ਹਦੇ ਹਾਂ, ਤਾਂ ਜਿੰਨੇ ਵਾਕ ਪੜ੍ਹ ਰਹੇ ਹਾਂ ਸਾਰੇ ਤਾਂ ਨਹੀਂ ਸਾਡੇ ਅੰਦਰ ਵੱਜ ਰਹੇ, ਜਾਂ ਸਾਰੇ ਤਾਂ ਨਹੀਂ ਸਾਨੂੰ ਸਮਝ ਆ ਰਹੇ, ਜਾਂ ਸਾਰਿਆਂ ਦੇ ਨਾਲ ਤਾਂ ਨਹੀਂ ਸਾਡਾ ਮਨ ਸ਼ਰਸ਼ਾਰ ਹੋ ਰਿਹਾ। ਜਿਹੜਾ ਇੱਕ ਤੁਹਾਨੂੰ ਲੱਗਦਾ ਹੈ ਕਿ ਅੱਜ ਹੋ ਰਿਹਾ ਹੈ, ਉਹੀ ਛੋਟ ਹੈ, ਅਤੇ ਉਹਦੀ ਪਛਾਣ ਕਰੋ, ਉਹਦੇ ਅਰਥ ਦੀ ਤਲਾਸ਼ ਕਰੋ, ਉਹਦੇ ਅਨੁਭਵ ਦੀ ਤਲਾਸ਼ ਕਰੋ, ਤਾਂ ਕਿ ਤੁਸੀਂ ਸ਼ਬਦ ਦੇ ਵਿੱਚ ਖਿੜੇ ਰਹੋ। ਜਿਵੇਂ ਅੱਜ ਦਾ ਪਾਵਨ ਮੁਖ ਵਾਕ ਹੈ, ਉਹਦੇ ਅੰਦਰ ਵਾਕ ਜੋ ਪੰਕਤੀ ਨੇ ਮੈਨੂੰ ਅੰਦੋਲਿਤ ਕੀਤਾ, ਉਹਦੇ ਵਿੱਚ ਵਾਕ ਹੈ ਹੁਕਮੈ ਅੰਦਰ ਜੰਮਿਆ ਪਿਆਰੇ ਊਧੋ ਸਿਰਕੈ ਭਾਰ। ਵੀ ਦੇਖ ਤੂੰ ਜ਼ਿੰਦਗੀ 'ਚ ਵੀ ਤੇਰੀ ਮਾਲਕ ਨੇ ਰਚਨਾ ਪੁੱਠੇ ਲਟਕਾ ਕੇ ਕੀਤੀ ਹੈ, ਅਤੇ ਉਹ ਹੁਕਮ 'ਚ ਹੈ। ਇਸ ਗੱਲ ਦਾ ਜਦੋਂ ਭਾਵ ਗਹਿਰਾ ਬੁੱਝਾਂਗੇ ਤਾਂ ਜੀਵਨ ਦੀ ਪੂਰੀ ਇੱਕ ਖੋਜ ਇਹਦੇ ਮਗਰ ਪਈ ਹੋਈ ਹੈ। ਇਸ ਕਰਕੇ ਜਦ ਵੀ ਵਾਕ ਪੜ੍ਹੀਏ, ਇਸ ਕਰਕੇ ਕੋਈ ਵੀ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਬਾਣੀ ਪੜ੍ਹਨੀ ਹੈ, ਜਾਂ ਬਾਣੀ ਦਾ ਨਿੱਜ ਅਧਿਐਨ ਕਰਨਾ ਹੈ, ਉਦੋਂ ਇਸ ਗੱਲ ਦਾ ਥੋੜ੍ਹਾ ਜਿਹਾ ਖਿਆਲ ਰੱਖੋ ਕਿ ਜਿਹੜੇ ਵਾਕ ਨੇ ਸਾਨੂੰ ਥੋੜ੍ਹਾ ਇੱਕਦਮ ਹਿਲਾਇਆ ਹੈ ਜਾਂ ਕਾਂਬਾ ਛੇੜਿਆ ਹੈ, ਉਸ ਵਾਕ ਦੀ ਥੋੜ੍ਹੀ ਵਿਚਾਰ ਕਰਵਾਈਏ। ਅਤੇ ਜੇ ਇੰਜ ਕਰੋਗੇ ਤਾਂ ਥੋੜ੍ਹੇ ਹੀ ਦਿਨਾਂ ਜਾਂ ਥੋੜ੍ਹੇ ਮਹੀਨਿਆਂ ਦੇ ਵਿੱਚ ਹੀ ਬੰਦੇ ਦੀ ਗੁਰਮੁਖੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਉਹਦਾ ਮਨ ਬੁੱਧ ਸਿਰਤ ਗੁਰੂ ਸ਼ਬਦ ਵਾਲੇ ਪਾਸੇ ਜੁੜਨਾ ਸ਼ੁਰੂ ਹੋ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਚੋਟ ਸਹਾਰੈ ਸ਼ਬਦ ਕੀ, ਗੁਰੂ ਦੇ ਸ਼ਬਦ ਦੀ ਚੋਟ ਦੇ ਨਾਲ ਤਾਸ ਗੁਰੂ ਮੈਂ ਦਾਸ। ਇੱਕ ਨੇਜਾ ਮਰਨ ਦੇ ਨਾਲ ਬੰਦਾ ਮਰਦਾ ਹੈ, ਪਰ ਇੱਕ ਨੇਜਾ ਗੁਰੂ ਨੇ ਮਾਰਿਆ, ਜਿਹਦੇ ਬਣਨ ਦੇ ਵੱਜਣ ਦੇ ਨਾਲ ਮੈਂ ਗੁਰੂ ਕਾ ਦਾਸ ਬਣ ਗਿਆ ਹਾਂ। ਦਾਸ ਬਣਨ ਦਾ ਭਾਵ ਜਦ ਉਸ ਗੁਰੂ ਸ਼ਬਦ ਦੇ ਨੇਜੇ ਦੀ ਪੀੜ ਮੇਰੇ ਕੰਨਾਂ 'ਚ ਪਹੁੰਚੀ, ਇਹ ਨਿੰਦਿਆ ਵਾਲੋਂ ਤਰਫੋਂ ਹਟ ਗਏ। ਜਦ ਹਿਰਦੇ ਅੰਦਰ ਪ੍ਰਗਟੀ, ਵਕਾਰਾਂ ਦੀ ਸਾਰੀ ਕੁੱਲ ਨਾਸ਼ ਹੋ ਗਈ ਅੰਦਰੋਂ। ਜਦੋਂ ਇਹਦੀ ਪੀੜ ਕਦਮਾਂ ਵਿੱਚ ਪਹੁੰਚੀ ਤਾਂ ਕੋਈ ਬਾਰੀ ਕਿਸੇ ਤਰ੍ਹਾਂ ਦੀ ਅਨੈਤਿਕ ਥਾਂ 'ਤੇ ਜਾਣ ਦੀ ਭਟਕਣ ਹੀ ਮੁੱਕ ਗਈ। ਭਾਵ ਕਿ ਦਾਸ ਦਾ ਭਾਵ ਹੈ ਜਿਹੜਾ ਬਿਲਕੁਲ ਨਾਲ ਹੀ ਜੁੜ ਗਿਆ, ਜਿਹੜਾ ਪੈਰਾਂ 'ਚ ਬੈਠਾ ਹੋਵੇ।
ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਇਸ ਕਰਕੇ ਗੁਰੂ ਸ਼ਬਦ ਦੀ ਚੋਟ ਨੇ ਮੈਨੂੰ ਉੱਚਾ ਸੁੱਚਾ ਜੀਵਨ ਦਿੱਤਾ। ਇਹਦਾ ਇੱਕ ਹੋਰ ਭਾਵ ਆਪਦੇ ਸਨਮੁਖ ਰੱਖਾਂ ਕਿ ਇੱਕ ਨਾ ਸਮੱਸਿਆ ਇਹ ਹੈ ਕਿ ਅੱਜ ਦਾ ਮਨੁੱਖ ਨਾ ਬੜਾ ਲੇਜੀ ਹੈ। ਲੇਜੀ ਦਾ ਮਤਲਬ ਇਹ ਨਹੀਂ, ਲੇਜੀ ਦਾ ਮਤਲਬ ਹੈ ਕਿ ਉਹਨੂੰ ਚੀਜ਼ਾਂ ਦੇ ਵਰਤਾਰੇ ਸਮਝਣੇ ਬੁੱਝਣੇ ਨਹੀਂ ਆਉਂਦੇ ਹਨ। ਉਹ ਬਾਣੀ ਵੀ ਸੁਣਦਾ ਹੈ ਤਾਂ ਉਹਦੀ ਸੁਰਤ ਕਿਸੇ ਹੋਰ ਦੇ ਭਾਵ 'ਚ ਰਹਿੰਦੀ ਹੈ। ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਚੋਟ ਸਹਾਰੈ ਸ਼ਬਦ ਕੀ, ਹੁਣ ਸ਼ਬਦ ਦੀ ਚੋਟ ਬੜੀ ਹੋਰ ਤਰ੍ਹਾਂ ਦੀ ਹੈ। ਉਹ ਜਿਹਨੂੰ ਲੱਗਦੀ ਹੈ ਉਹੀ ਜਾਣਦਾ, ਅਤੇ ਉਹਦੇ ਲੱਗਣ ਦੇ ਲਈ ਵੀ ਕੁਝ ਹਾਲਤ ਬੰਦੇ ਦੀ ਪਹਿਲਾਂ ਚਾਹੀਦੀ ਹੈ। ਹੁਣ ਜੇ ਅਸੀਂ ਰੋਜ਼ਾਨਾ ਵਾਕ ਪੜ੍ਹਦੇ ਹਾਂ ਤਾਂ ਉਹ ਉਹਨਾਂ ਵਾਕਾਂ ਨੂੰ ਜੇ ਥੋੜ੍ਹਾ ਵੀ ਗਹਿਰਾ ਵਾਚੀਏ ਤਾਂ ਉਹ ਵਾਕ ਮਨੁੱਖ ਦੀ ਜੀਵਨ ਦੇ ਵਿੱਚ ਤਬਦੀਲੀ ਲਿਆਉਂਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਸ਼ਲੋਕਾਂ ਵਿੱਚ ਵਾਕ ਆਉਂਦਾ ਹੈ, ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਕਿ ਭਾਵ ਹੁਣ ਉਹ ਕੁਝ ਸੁਣਨ ਤੋਂ, ਉਹ ਕੁਝ ਕਹਿਣ ਤੋਂ, ਉਹ ਕੁਝ ਬੁੱਝਣ ਤੋਂ ਹਟਾ ਲਿਆ ਆਪਣੇ ਆਪ ਨੂੰ, ਅਤੇ ਇਹੀ ਸ਼ਬਦ ਦੀ ਚੋਟ ਹੈ ਤਾਸ ਗੁਰੂ ਮੈਂ ਦਾਸ। ਇਸ ਕਰਕੇ ਦਾਸ ਭਾਵ ਦਾ ਚੋਟ ਤੋਂ ਬਾਅਦ ਉਸ ਚੋਟ ਦੇ ਨਾਲ ਜਿਉਣਾ ਹੈ। ਆਮ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਜਦ ਦੁੱਖ ਬਣਦਾ, ਦੁੱਖ ਨੂੰ ਨਿਵਰਤ ਕਰਨ ਦਾ ਅਸੀਂ ਢੰਗ ਬਣਾਉਂਦੇ ਹਾਂ। ਮੈਂ ਇਹਨੂੰ ਕੁਝ ਮਹੀਨੇ ਪਹਿਲਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਵਿਚਾਰਿਆ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹੋ ਨਾ, ਕਿਤੇ ਦੁੱਖ ਨਿਵਰਤੀ ਮੰਗੀ ਨਹੀਂ ਹੈ ਜਾਂ ਦੁੱਖ ਨਿਵਰਤੀ ਬਾਰੇ ਕਿਹਾ ਹੀ ਨਹੀਂ ਹੈ। ਸਮੁੱਚੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਉਹ ਦੁੱਖ ਨੂੰ ਅੰਮ੍ਰਿਤ ਕਰਕੇ ਕਹਿੰਦੇ ਗ੍ਰਹਿਣ ਕਰੋ। ਇਸ ਕਰਕੇ ਚੋਟ ਸਹਾਰੇ ਸ਼ਬਦ ਕੀ ਦਾ ਭਾਵ ਜੋ ਗੁਰੂ ਸਾਹਿਬ ਨੇ ਵਾਕ ਕਿਹਾ ਹੈ ਉਸ ਵਾਕ ਨੂੰ ਆਪਣੇ ਜੀਵਨ ਦਾ ਇੱਕ ਮਕਸਦ ਬਣਾ ਕੇ ਅਤੇ ਉਹਦੇ ਵਿੱਚ ਜੀਵਨ ਦੀ ਸਾਰੀ ਸਾਧਨਾ ਕਰਨੀ, ਤਾਂ ਮਨੁੱਖ ਦੀ ਜਿਹੜੀ ਸਿਖਰਤਾ ਹੈ ਉਹ ਕਿਤੇ ਜਾ ਕੇ ਬਣਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੋਟ ਸਹਾਰੇ, ਉਹਨਾਂ ਦੀ ਬਾਣੀ 'ਚ ਵਾਕ ਹੁੰਦੇ ਨੇ, ਜੇਹ ਮਰਨੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਕਿ ਜਗਤ ਸਰੀਰ ਦੇ ਮਰਨ ਨੂੰ ਮਰਨ ਕਹਿੰਦਾ ਸੀ, ਪਰ ਮੈਨੂੰ ਗੁਰੂ ਸ਼ਬਦ ਦੀ ਚੋਟ ਲੱਗੀ ਤਾਂ ਉਹਦੇ ਵਿੱਚ ਅੱਜ ਜ਼ਿਕਰ ਆਇਆ ਕਿ ਸਹਿਜੇ ਮਰੈ ਅਮਰ ਹੋਏ ਸੋਈ, ਕਿ ਜਿਹੜਾ ਪਹਿਲਾਂ ਸਭ ਤਰ੍ਹਾਂ ਦੇ ਬੰਧਨਾਂ ਨੂੰ ਕੱਟ ਕੇ ਮਰਦਾ ਹੈ, ਫਿਰ ਵਾਸਨਾ ਨੂੰ ਕੱਟ ਕੇ ਮਰਦਾ, ਫਿਰ ਤ੍ਰਿਸ਼ਨਾ ਦੀ ਅਗਨ ਨੂੰ ਬੁਝਾਉਂਦਾ ਹੈ, ਫਿਰ ਆਪਣੇ ਅੰਦਰ ਦੇ ਮਨ ਬੁੱਧ ਸਭ ਨੂੰ ਮਨਫੀ ਕਰਕੇ ਪੂਰਾ ਜੋਤ ਸਰੂਪ ਹੋ ਜਾਂਦਾ ਹੈ, ਉਹ ਅਸਲ ਦੇ ਵਿੱਚ ਮੁਕਤ ਹੁੰਦਾ ਹੈ। ਕਹਿੰਦੇ ਇਸ ਕਰਕੇ ਤਾਸ ਗੁਰੂ ਮੈਂ ਦਾਸ, ਮੈਨੂੰ ਹੁਣ ਦੂਜੇ ਦੀ ਚਾਹਤ ਨਹੀਂ ਹੈ, ਕਿਉਂਕਿ ਪੂਰਨ ਗੁਰੂ ਮਿਲ ਗਿਆ ਅਤੇ ਉਹਨੇ ਠੀਕ ਨੇਜਾ ਜਿਵੇਂ ਕਲੇਜੇ ਵਿੱਚ ਮਰਨ ਨਾਲ ਬੰਦਾ ਮਰਦਾ ਹੈ, ਇੰਝ ਹੀ ਉਹਨੇ ਮੇਰੇ ਹਿਰਦੇ 'ਤੇ ਸ਼ਬਦ ਦੀ ਐਸੀ ਚੋਟ ਲਗਾਈ ਹੈ ਕਿ ਹੁਣ ਦੂਜੇ ਕੋਲੋਂ ਗਿਆਨ ਲੈਣ ਜਾਣਾ ਜਾਂ ਭਟਕਣ ਜਾਣਾ ਸਾਡੇ ਜੀਵਨ ਦਾ ਮਨੋਰਥ ਨਹੀਂ ਰਹਿ ਗਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ 2 ਸ਼ਲੋਕਾਂ ਦੁਆਰਾ ਕਿ ਜਦ ਮਨੁੱਖ ਦੇ ਅੰਦਰ ਧਰਮ ਦਾ ਠੀਕ ਅਭਿਆਸ ਪੈਦਾ ਹੋ ਜਾਏ ਤਾਂ ਉਹਦੇ ਜੀਵਨ ਦੀ ਰਵਾਨੀ ਕੁਝ ਹੋਰ ਹੋ ਜਾਂਦੀ। ਬੰਦਾ ਨਸ਼ਾ ਕੀਤਾ ਹੋਵੇ ਨਾ ਉਹਦੇ ਕਦਮ ਥਿੜਕਣੇ ਸ਼ੁਰੂ ਹੋ ਜਾਂਦੇ ਨੇ। ਇੰਝ ਹੀ ਜਿਹਨੇ ਗੁਰੂ ਸ਼ਬਦ ਦੀ ਪ੍ਰੀਤ, ਗੁਰੂ ਸ਼ਬਦ ਦੇ ਗਿਆਨ ਦੇ ਵਿੱਚ ਢਲਿਆ ਹੋਇਆ, ਉਹਦੇ ਜੀਵਨ ਦੀ ਰਵਾਨੀ, ਉਹਦਾ ਬੋਲ, ਉਹਦੀ ਦੇਖਣੀ, ਇਹ ਸਾਰਾ ਕੁਝ ਸਪਸ਼ਟ ਕਰ ਦਿੰਦਾ ਹੈ। ਗੁਰਬਾਣੀ ਤਾਂ ਇੱਥੋਂ ਤੱਕ ਵੀ ਵਾਕ ਆਉਂਦੇ ਨੇ, ਗੁੱਜੜਾ ਲੱਦਮ ਲਾਲ ਮੱਥੈ ਹੀ ਪ੍ਰਗਟ ਥਿਆ, ਕਿ ਬੰਦੇ ਨੇ ਬਾਣੀ ਪੜ੍ਹੀ ਹੈ ਉਹਦੇ ਵਿੱਚ ਉਹ ਕਿੰਨਾ ਗਹਿਰਾ ਗਿਆ ਹੈ ਉਹਦਾ ਮੱਥਾ ਹੀ ਦੱਸ ਦਿੰਦਾ ਹੈ। ਅਤੇ ਇਹ ਵੀ ਇੱਕ ਖਾਸ ਬੁੱਝਣ ਵਾਲੇ ਬੰਦੇ ਨੇ, ਹਰ ਕਿਸੇ ਨੂੰ ਤਾਂ ਪਤਾ ਨਹੀਂ ਲੱਗਦਾ ਕੌਣ ਕਿੰਨਾ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਸਾਨੂੰ ਜਿਹੜਾ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੇ ਆਦਰਸ਼ ਨੂੰ ਗੁਰੂ ਸ਼ਬਦ ਦੇ ਅਭਿਆਸ ਨਾਲ ਕਮਾਉਣਾ ਚਾਹੀਦਾ। ਕਥਨੀ ਦਾ ਵਿਸ਼ਾ ਨਹੀਂ ਬਣਾ ਕੇ ਕਰਨੀ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ, ਤਾਂ ਕਿ ਜਦੋਂ ਗੁਰੂ ਸ਼ਬਦ ਹਿਰਦੇ ਅੰਦਰ ਵਸੇਗਾ ਤਾਂ ਮਨੁੱਖ ਦੀ ਕਲਿਆਣ ਹੋਏਗੀ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ ਅਸੀਂ ਗੁਰੂ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਸਮੁੱਚੀ ਸਾਧਨਾ ਕਰਨ ਦਾ ਯਤਨ ਕਰੀਏ ਜੀ। ਗੁਰੂ ਸ਼ਬਦ ਦੀ ਛੋਹ ਦੇ ਨਾਲ ਮਨੂਰ ਤੋਂ ਕੰਚਨ ਹੋ ਜਾਈਏ। ਗੁਰੂ ਬਾਵਨ ਚੰਦਨ ਦੀ ਛੋਹ ਦੇ ਨਾਲ ਭਗਤੀ ਦੇ ਗਿਆਨ ਦੇ ਸ਼ੁਭ ਗੁਣਾਂ ਦੀ ਮਹਿਕ ਸਾਡੇ ਜੀਵਨ ਦੇ ਵਿੱਚੋਂ ਪਰਿਵਰਤਿਤ ਹੋਏ ਜੀ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।